ਲੜੀਵਾਰ ਗੁਰਬਾਣੀ ਸ਼ਬਦ ਵਿਚਾਰ। ਅੱਜ ਦੇ ਅੰਮ੍ਰਿਤਮਈ ਪਾਵਨ ਬਚਨ ਭਾਈ ਸਾਹਿਬ ਜੀ ਪਾਸੋਂ ਆਪ ਜੀਆਂ ਨੇ ਸਰਵਨ ਕੀਤੇ। ਅੰਮ੍ਰਿਤਮਈ ਬਾਣੀ, ਪਵਿੱਤਰ ਬਾਣੀ ਦੀ ਵਿਚਾਰ ਦੇ ਨਾਲ ਸਾਂਝ ਪਾਉਣ ਲਈ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਦੇ ਵਿੱਚ ਜੁੜਨ ਦਾ ਯਤਨ ਕਰੀਏ। ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਅੰਮ੍ਰਿਤਮਈ ਬਾਣੀ ਦੇ ਦੁਆਰਾ ਸਾਨੂੰ ਮਨੁੱਖੀ ਜੀਵਾਂ ਨੂੰ, ਦੁਨਿਆਵੀ ਜੀਵਾਂ ਨੂੰ ਜੋ ਸਮਝਾਉਣਾ ਚਾਹੁੰਦੇ ਨੇ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹਲਾ ਤੀਜਾ। ਇਕ ਓੰਕਾਰ ਸਤ ਗੁਰ ਪ੍ਰਸਾਦ। ਮਨ ਮੁਖ ਨਾਮ ਨਾ ਚਿਤਨੀ, ਬਿਨ ਨਾਵੇਂ ਦੁਖ ਰੋਏ। ਆਤਮਾ ਰਾਮ ਨਾ ਪੂਜਣੀ, ਦੂਜੈ ਕਿਉ ਸੁਖ ਹੋਏ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਦੇ ਨਾਲ ਸਾਂਝ ਪਾਉਂਦੇ ਆ ਰਹੇ ਹੋ। ਧੰਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪਾਵਨ ਸ਼ਲੋਕ ਵਾਰਾਂ ਤੇ ਵਧੀਕ ਦੇ ਹੇਠ ਜੋ ਦਰਜ ਹਨ, ਅੱਜ ਦੇ ਜੋ ਪਾਵਨ ਸ਼ਲੋਕ ਆਪ ਜੀ ਨੇ ਸਰਵਨ ਕੀਤੇ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 1414 ਔਰ 15 ਦੇ ਉੱਪਰ ਸੁਭਾਏਮਾਨ ਨੇ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਮਨਮੁਖ ਦੀ ਗੱਲ ਪਾਵਨ ਸ਼ਲੋਕ ਦੇ ਵਿੱਚ ਕਰਦੇ ਨੇ। ਜਿਹਦਾ ਮਨ ਆਪਣੇ ਮੂਲ ਨੂੰ ਭੁਲਾ ਕੇ ਤੇ ਦੂਜੇ ਪਾਸੇ ਜਿਹਦਾ ਮਨ ਲੱਗਾ ਹੈ, ਭਾਵ ਜਿਹਨੇ ਆਪਣੇ ਮੂਲ ਨੂੰ ਛੱਡ ਕੇ ਸੰਸਾਰ ਦੇ ਨਾਲ ਮੋਹ ਪਿਆਰ ਪਾ ਲਿਆ ਔਰ ਨਿਰੰਕਾਰ ਤੋਂ ਆਪਣਾ ਮੁਖ ਫੇਰ ਲਿਆ, ਉਹਨੂੰ ਮਨਮੁਖ ਕਹਿੰਦੇ ਨੇ। ਦੋ ਸ਼ਬਦ ਨੇ ਗੁਰਬਾਣੀ ਦੇ ਅੰਦਰ, ਇੱਕ ਗੁਰਮੁਖ ਔਰ ਇੱਕ ਮਨਮੁਖ। ਇਸ ਤਰ੍ਹਾਂ ਹੈ ਕਿ ਕਿਸੇ ਨੇ ਸੂਰਜ ਦੇ ਵੱਲ ਮੁਖ ਕੀਤਾ ਔਰ ਕਿਸੇ ਨੇ ਸੂਰਜ ਦੇ ਵੱਲ ਪਿੱਠ ਕੀਤੀ ਹੈ। ਜਿਹਨੇ ਸੂਰਜ ਦੇ ਵੱਲ, ਸੂਰਜ ਦਾ ਭਾਵ ਜੋ ਸਾਨੂੰ ਰੋਸ਼ਨੀ ਦੇ ਰਿਹਾ ਹੈ, ਜਿੱਥੋਂ ਇਹ ਪ੍ਰਕਾਸ਼ ਜਿਹੜਾ ਇਹ ਆ ਰਿਹਾ ਹੈ, ਤੇ ਜਿਹਨੇ ਪਿੱਠ ਕੀਤੀ ਹੈ, ਉਹਨੇ ਸੂਰਜ ਤੋਂ ਪਿੱਠ ਕਰਕੇ ਆਪਣੀ ਜ਼ਿੰਦਗੀ ਵਿੱਚ ਹਨੇਰਾ ਕਰ ਲਿਆ। ਉਹਦੇ ਜੀਵਨ ਵਿੱਚ ਅਗਿਆਨਤਾ ਦਾ ਹਨੇਰਾ ਆ ਗਿਆ। ਇਸੇ ਤਰ੍ਹਾਂ ਹੈ ਕਿ ਜਿਹਨੇ ਨਿਰੰਕਾਰ ਵੱਲ ਮੁਖ ਕਰ ਲਿਆ ਜਾਂ ਗੁਰਬਾਣੀ ਵੱਲ ਜਿਹਨੇ ਮੁਖ ਕਰ ਲਿਆ, ਮਨ ਕਰਕੇ ਉਹ ਗੁਰਮੁਖ ਹੈ, ਕਿਉਂਕਿ ਗਿਆਨ, ਚਾਨਣ, ਪ੍ਰਕਾਸ਼ ਇਹ ਸਾਨੂੰ ਗੁਰਬਾਣੀ ਵਿੱਚੋਂ ਮਿਲਣਾ ਹੈ। ਔਰ ਜਿਹਨੇ ਗੁਰਬਾਣੀ ਦੇ ਵੱਲ ਪਿੱਠ ਕਰ ਲਈ ਉਹ ਮਨਮੁਖ ਹੈ। ਉਹਦਾ ਜੀਵਨ ਅੰਧਕਾਰ ਦੇ ਵਿੱਚ, ਅਗਿਆਨਤਾ ਦੇ ਹਨੇਰੇ ਵਿੱਚ ਹੀ ਗੁਜ਼ਰਦਾ ਹੈ। ਉਹਦੇ ਜੀਵਨ ਵਿੱਚ ਕਈ ਤਰ੍ਹਾਂ ਦੇ ਭੁਲੇਖੇ ਪੈ ਜਾਂਦੇ ਨੇ, ਕਈ ਤਰ੍ਹਾਂ ਦੇ ਭਰਮ ਉਹਦੇ ਜੀਵਨ ਵਿੱਚ ਪੈਦਾ ਹੋ ਜਾਂਦੇ ਨੇ, ਜਿਹਦੇ ਕਰਕੇ ਉਹ ਆਪਣੇ ਰਾਹ ਤੋਂ ਖੁੰਝ ਕੇ ਕੁਰਾਹੇ ਪੈ ਜਾਂਦਾ ਹੈ।
ਤੇ ਜਿਹੜਾ ਕੁਰਾਹੇ ਪੈ ਗਿਆ ਉਹ ਆਪਣੀ ਜ਼ਿੰਦਗੀ ਦਾ ਮੂਲ ਗਵਾ ਕੇ ਸੰਸਾਰ ਤੋਂ ਜਾਂਦਾ ਹੈ, ਕੋਈ ਖੱਟੀ ਖੱਟ ਕੇ ਨਹੀਂ ਜਾਂਦਾ। ਜਿਨੇ ਗੁਰਮੁਖ ਭਾਵ ਆਪਣੇ ਮਨ ਨੂੰ ਗੁਰੂ ਦੇ ਸਨਮੁਖ ਕਰਕੇ ਨਿਰੰਕਾਰ ਨਾਲ ਪ੍ਰੀਤ ਪਾਈ, ਉਹਨੂੰ ਪਤਾ ਹੈ ਕਿ ਮੈਂ ਜ਼ਿੰਦਗੀ ਦੇ ਵਿੱਚ ਕਿਹੜਾ ਲਾਹਾ ਲੈਣਾ ਹੈ, ਮੈਨੂੰ ਇਹ ਮਨੁੱਖਾ ਦੇਹੀ ਕਿਸ ਮਕਸਦ ਵਾਸਤੇ ਪ੍ਰਾਪਤ ਹੋਈ ਹੈ, ਮੈਂ ਆਪਣੀ ਜ਼ਿੰਦਗੀ ਦਾ ਉਸ ਮਕਸਦ ਨੂੰ ਪੂਰਾ ਕਰਨਾ ਹੈ ਔਰ ਆਪਣੀ ਮੰਜ਼ਿਲ ਤੇ ਪਹੁੰਚਣਾ ਹੈ। ਜਿਹਦੇ ਦਿਮਾਗ ਵਿੱਚ ਹਰ ਵੇਲੇ ਇਹ ਖਿਆਲ ਹੈ ਕਿ ਮੇਰੀ ਮੰਜ਼ਿਲ ਕੋਈ ਹੋਰ ਹੈ, ਮੈਂ ਚੱਲ ਕਿਤੇ ਹੋਰ ਰਿਹਾ, ਫਿਰ ਉਹ ਯਤਨ ਕਰੇਗਾ ਵੀ ਮੈਂ ਉਸ ਰਸਤੇ ਤੇ ਚੱਲਾਂ ਜਿਸ ਰਸਤੇ ਤੇ ਤੁਰਿਆ ਮੈਨੂੰ ਮੇਰੀ ਮੰਜ਼ਿਲ ਪ੍ਰਾਪਤ ਹੋ ਜਾਏ। ਇਹੀ ਕਾਰਨ ਸੀ ਕਿ ਗੁਰਬਾਣੀ ਵਿੱਚ ਦੋਵਾਂ ਦਾ ਫੈਸਲਾ ਕੀਤਾ ਕਿ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ। ਉਹ ਪਹਿਲਾਂ ਹੀ ਆਪਣੇ ਮੂਲ ਤੋਂ ਟੁੱਟ ਗਿਆ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਉਹ ਪਹਿਲਾਂ ਹੀ ਆਪਣੇ ਮੂਲ ਤੋਂ ਟੁੱਟਿਆ ਸੀ। ਤੇ ਜਦੋਂ ਆਪਣੇ ਮੂਲ ਤੋਂ ਟੁੱਟ ਗਿਆ ਤੇ ਜੋ ਉਹਨੂੰ ਜ਼ਿੰਦਗੀ ਦੇ ਸਵਾਸਾਂ ਰੂਪੀ ਉਹਨੂੰ ਖਜ਼ਾਨਾ ਮਿਲਿਆ ਸੀ, ਉਹ ਵੀ ਆਪਣਾ ਜ਼ਿੰਦਗੀ ਦਾ ਗਵਾ ਬੈਠਾ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਜੋ ਕੱਲ ਆਪ ਜੀ ਨੇ ਵਿਚਾਰਿਆ ਸੀ ਕਿ ਮਨਮੁਖ ਨੂੰ ਦੀ ਹਾਲਤ ਕੀ ਹੁੰਦੀ ਹੈ, ਉਹਦਾ ਮਨ ਚੰਚਲ ਹੁੰਦਾ ਹੈ, ਉਹਦੇ ਮਨ ਦੇ ਵਿੱਚ ਚਤੁਰਾਈਆਂ ਹੁੰਦੀਆਂ ਨੇ, ਚਲਾਕੀਆਂ ਹੁੰਦੀਆਂ ਨੇ, ਉਹ ਆਪਣੇ ਆਪ ਨੂੰ ਬਹੁਤ ਚਤਰ ਸਿਆਣਾ ਚਲਾਕ ਸਮਝਦਾ ਹੈ ਕਿ ਜੋ ਮੈਂ ਕਰਾਂਗਾ ਠੀਕ ਹੀ ਕਰਾਂਗਾ, ਜੋ ਮੇਰੇ ਕੋਲੋਂ ਹੋਵੇਗਾ ਚੰਗਾ ਹੀ ਹੋਵੇ, ਭਾਵੇਂ ਲੱਖ ਮਾੜਾ ਹੀ ਹੋਵੇ। ਪਰ ਮਨਮੁਖ ਨੂੰ ਇਸ ਤਰ੍ਹਾਂ ਜਾਪਦਾ ਹੈ ਕਿ ਜੋ ਮੈਂ ਕਰਦਾ ਚੰਗਾ ਹੀ ਕਰਦਾ, ਜੋ ਮੇਰੇ ਤੋਂ ਹੁੰਦਾ ਹੈ ਉਹ ਚੰਗਾ ਹੀ ਹੁੰਦਾ ਹੈ। ਪਰ ਜਿਨੇ ਗੁਰੂ ਸਤਿਗੁਰੂ ਜੀ ਦੇ ਵੱਲ ਆਪਣੇ ਮਨ ਦਾ ਮੁਖ ਕੀਤਾ, ਉਹ ਤੇ ਆਪਣੀਆਂ ਭੁੱਲਾਂ ਬਖਸ਼ਾਉਂਦਾ ਵੀ ਹੁਣ ਤੱਕ ਜੋ ਹੋਇਆ ਮਾੜਾ ਹੀ ਹੋਇਆ, ਹੁਣ ਤੱਕ ਜੋ ਹੋਇਆ ਮੇਰੇ ਮਨ ਦੀ ਚੰਚਲਤਾ ਨਾਲ, ਚਤੁਰਾਈ ਨਾਲ, ਸਿਆਣਪ ਨਾਲ ਉਹ ਠੀਕ ਨਹੀਂ ਹੋਇਆ। ਇਸ ਲਈ ਸਤਿਗੁਰੂ ਮੇਰੇ ਤੇ ਮਿਹਰ ਕਰੋ, ਅੱਗੇ ਤੋਂ ਮੈਨੂੰ ਕੁਰਾਹੇ ਪਏ ਹੋਏ ਨੂੰ ਰਾਹ ਤੇ ਪਾ ਦਿਓ। ਪਰ ਮਨਮੁਖ ਇਸ ਗੱਲ ਨੂੰ ਨਹੀਂ ਸਮਝਦਾ। ਉਹ ਕਹਿੰਦਾ ਜਿਹੜੇ ਰਸਤੇ ਮੈਂ ਤੁਰਿਆ ਉਹ ਰਸਤਾ ਹੀ ਮੇਰੇ ਵਾਸਤੇ ਠੀਕ ਹੈ। ਇਸ ਲਈ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਅੱਜ ਦੇ ਪਾਵਨ ਸ਼ਲੋਕ ਵਿੱਚ ਫਿਰ ਮਨਮੁਖ ਦੀ ਗੱਲ ਕੀਤੀ ਹੈ। ਗੁਰਬਾਣੀ ਦੇ ਅੰਦਰ ਜਦੋਂ ਅਸੀਂ ਮਨਮੁਖ ਦੀ ਅਵਸਥਾ ਨੂੰ ਸਮਝਾਂਗੇ ਤਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਹੀ ਅੰਮ੍ਰਿਤ ਬਾਣੀ ਵਿੱਚ ਕਿਰਪਾ ਕਰਦੇ ਨੇ। ਸਭ ਕਹਿੰਦੇ ਕਿਆ ਗੱਭਰੂ ਕਿਆ ਬਿਰਧ ਹੈ, ਮਨਮੁਖ ਤ੍ਰਿਸ਼ਨਾ ਭੁੱਖ ਨਾ ਜਾਏ। ਸਭ ਕਹਿੰਦੇ ਭਾਵੇਂ ਉਹ ਗੱਭਰੂ ਜਵਾਨ ਹੋਵੇ ਤੇ ਭਾਵੇਂ ਉਹ ਬਿਰਧ ਕੋਈ ਬੜੇਪੇ ਦੇ ਵਿੱਚ ਆਇਆ ਹੋਇਆ ਬਜ਼ੁਰਗ ਹੋਵੇ, ਜੇ ਉਹ ਬੜੇਪੇ ਵਿੱਚ ਵੀ ਮਨਮੁਖ ਹੈ, ਜੇ ਉਹ ਗੱਭਰੂ ਜਵਾਨੀ ਦੇ ਵਿੱਚ ਵੀ ਮਨਮੁਖ ਹੈ, ਤੇ ਨਾ ਉਸ ਭਰ ਜੋਬਨ ਵਾਲੇ ਦੇ ਅੰਦਰੋਂ ਤ੍ਰਿਸ਼ਨਾ ਦੀ ਭੁੱਖ ਅੰਦਰੋਂ ਮਿਟਣੀ, ਤੇ ਭਾਵੇਂ ਉਹ ਕਹਿਣ ਲੱਗੇ ਬੜੇਪੇ ਵਿੱਚ ਆ ਗਿਆ, ਜੇ ਹਜੇ ਵੀ ਹਾਲਤ ਉਹਦੀ ਮਨਮੁਖਾਂ ਵਾਲੀ ਹੈ, ਤੇ ਸਭ ਕਹਿੰਦੇ ਭੁੱਖ ਉਹਦੇ ਅੰਦਰ ਦੀ ਵੀ ਕੋਈ ਨਹੀਂ ਮਿਟਣੀ। ਤ੍ਰਿਸ਼ਨਾ ਦੀ ਤੁਲਨਾ ਅੱਗ ਦੇ ਨਾਲ ਕੀਤੀ ਜਾਂਦੀ ਹੈ, ਕਿਉਂਕਿ ਅੱਗ ਕਦੇ ਰੱਜਦੀ ਨਹੀਂ, ਅੱਗ ਦੀ ਕਦੇ ਭੁੱਖ ਨਹੀਂ ਮਿਟਦੀ। ਕਦੇ ਅੱਗ ਨੇ ਕਿਹਾ ਵੀ ਬਸ ਹੋਰ ਬਾਲਣ ਨਾ ਪਾਓ, ਮੈਂ ਰੱਜ ਗਈ ਹਾਂ। ਜਿੰਨਾ ਮਰਜ਼ੀ ਉਹਦੇ ਵਿੱਚ ਬਾਲਣ ਪਾਈ ਜਾਓ ਪਾਈ ਜਾਓ, ਉਹਨੇ ਕਦੇ ਨਹੀਂ ਕਹਿਣਾ ਮੈਂ ਰੱਜ ਗਈ, ਕਿਉਂਕਿ ਉਹ ਤ੍ਰਿਸ਼ਨਾ ਰੂਪੀ ਅੱਗ ਹੈ ਜਿਹਦੀ ਭੁੱਖ ਕਦੇ ਨਹੀਂ ਮੁੱਕਦੀ। ਇਸੇ ਤਰ੍ਹਾਂ ਜਿਹਦੇ ਅੰਦਰ ਇਹ ਤ੍ਰਿਸ਼ਨਾ, ਹੁਣ ਤ੍ਰਿਸ਼ਨਾ ਕਿਹਦੇ ਅੰਦਰ ਪੈਦਾ ਹੋਈ? ਜਿਹੜਾ ਮਨਮੁਖ ਸੀ। ਕਿਉਂਕਿ ਗੁਰਮੁਖ ਦੇ ਅੰਦਰ ਤੇ ਸਬਰ ਸੰਤੋਖ ਪੈਦਾ ਹੁੰਦਾ ਹੈ, ਉਹਦੇ ਮਨ ਦੀਆਂ ਭੁੱਖਾਂ ਤੇ ਸਾਰੀਆਂ ਮਿਟ ਜਾਂਦੀਆਂ। ਧਿਆਨ ਰੱਖਣਾ, ਜਦੋਂ ਭੁੱਖ ਦੀ ਗੱਲ, ਪਿਆਸ ਦੀ ਗੱਲ ਆਏ ਤਾਂ ਗੁਰਬਾਣੀ ਵਿੱਚ ਸਰੀਰ ਦੀ ਨਹੀਂ ਮਨ ਦੀ ਗੱਲ ਕੀਤੀ ਹੈ। ਸਰੀਰ ਦੀ ਭੁੱਖ ਪਿਆਸ ਹੋਵੇ ਫਿਰ ਤੇ ਆਪਾਂ ਨੂੰ
ਬਹੁਤ ਕੁਝ ਸੰਸਾਰ ਵਿੱਚ ਮਿਲ ਜਾਏਗਾ। ਪੀਣ ਖਾਣ ਵਾਸਤੇ ਅਸੀਂ ਭੁੱਖ ਵੀ ਮਿਟਾ ਸਕਦੇ ਹਾਂ, ਪਿਆਸ ਵੀ ਬੁਝਾ ਸਕਦੇ ਹਾਂ, ਪਰ ਗੱਲ ਇੱਥੇ ਮਨ ਦੀ ਹੈ। ਭਾਵੇਂ ਉਹ ਤ੍ਰਿਸ਼ਨਾ ਦੇ ਵਿੱਚ ਹੋਵੇ ਤੇ ਭਾਵੇਂ ਉਹ ਸਬਰ ਸੰਤੋਖ ਰੱਖ ਕੇ ਪ੍ਰਭੂ ਦੇ ਮਿਲਾਪ ਦੀ ਪਿਆਸ ਹੋਵੇ, ਕਿਉਂਕਿ ਦੋ ਪ੍ਰਕਾਰ ਦੀ ਪਿਆਸ ਤੇ ਭੁੱਖ ਹੈ। ਇੱਕ ਪ੍ਰਭੂ ਦੇ ਮਿਲਾਪ ਦੀ, ਉਹਦੇ ਨਾਮ ਦੇ ਭੋਜਨ ਦੀ ਭੁੱਖ, ਔਰ ਇੱਕ ਉਹ ਗੁਰਮੁਖਾਂ ਅੰਦਰ ਪੈਦਾ ਹੁੰਦੀ ਹੈ। ਉਹਨਾਂ ਦਾ ਮਨ ਦਰਸ਼ਨ ਪਿਆਸੀ ਦਿਨਸ ਰਾਤ, ਚਿਤਵੋ ਅਨ ਦਿਨ ਨੀਤ। ਉਹਨਾਂ ਦੇ ਅੰਦਰ ਜਿਹੜੀ ਪਿਆਸ ਹੈ ਉਹ ਦਿਨ ਰਾਤ ਪ੍ਰਭੂ ਨੂੰ ਮਿਲਣ ਵਾਸਤੇ ਹੁੰਦੀ ਹੈ। ਉਹਦੇ ਨਾਮ ਦਾ ਭੋਜਨ ਛਕਣ ਵਾਸਤੇ ਗੁਰਮੁਖਾਂ ਅੰਦਰ ਭੁੱਖ ਜਿਹੜੀ ਆ ਹੁੰਦੀ ਹੈ। ਪਰ ਮਨਮੁਖ ਤੇ ਗੁਰਮੁਖ ਦੀ ਭੁੱਖ ਪਿਆਸ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ। ਇਹਦੇ ਅੰਦਰ ਪਦਾਰਥਾਂ ਦੀ, ਕਿਉਂਕਿ ਇਹਦਾ ਮੋਹ ਸੰਸਾਰ ਨਾਲ ਹੁੰਦਾ ਹੈ ਤੇ ਗੁਰਮੁਖ ਦਾ ਪਿਆਰ ਨਿਰੰਕਾਰ ਨਾਲ ਹੁੰਦਾ ਹੈ। ਹੁਣ ਜਿਹਦੇ ਨਾਲ ਮੋਹ ਪਿਆਰ ਹੈ ਉਹਦੇ ਅੰਦਰ ਦੀ ਮੰਗ ਵੀ ਹੋਈ, ਉਹਦੇ ਅੰਦਰ ਦੀ ਡਿਮਾਂਡ ਵੀ ਉਹੀ ਹੋਏਗੀ। ਇਸ ਲਈ ਮਨਮੁਖ ਦੇ ਅੰਦਰ ਜਿਹੜੀ ਤ੍ਰਿਸ਼ਨਾ ਹੈ, ਇਹਦੀ ਤ੍ਰਿਸ਼ਨਾ ਦੀ ਜਿਹੜੀ ਭੁੱਖ ਹੈ ਉਹ ਕਦੇ ਨਹੀਂ ਮੁੱਕਦੀ, ਭਾਵੇਂ ਉਹ ਗੱਭਰੂ ਹੋਵੇ ਤੇ ਭਾਵੇਂ ਉਹ ਬਿਰਧ ਹੋਵੇ। ਕਿਆ ਗੱਭਰੂ ਕਿਆ ਬਿਰਧ ਹੈ, ਮਨਮੁਖ ਤ੍ਰਿਸ਼ਨਾ ਭੁੱਖ ਨਾ ਜਾਏ। ਤੇ ਦੂਜੇ ਪਾਸੇ ਸਤਿਗੁਰੂ ਪਾਤਸ਼ਾਹ ਜੀ ਆਖਦੇ ਨੇ ਕਿ ਮਨਮੁਖ ਸੇਤੀ ਦੋਸਤੀ। ਗੁਰੂ ਅਮਰਦਾਸ ਪਾਤਸ਼ਾਹ ਦਾ ਹੀ ਬਚਨ ਹੈ ਵੀ। ਕਹਿਣ ਲੱਗੇ ਮਨਮੁਖ ਸੇਤੀ ਦੋਸਤੀ ਥੋੜੜਿਆਂ ਦਿਨ ਚਾਰ। ਇਹ ਥੋੜੇ ਦਿਨਾਂ ਦੀ ਹੁੰਦੀ ਹੈ, ਕਿਉਂਕਿ ਮਨਮੁਖ ਬਹੁਤੀ ਦੋਸਤੀ ਕਿਸੇ ਨਾਲ ਨਿਭਾ ਨਹੀਂ ਸਕਦਾ ਤੇ ਨਾ ਹੀ ਇਹਨੂੰ ਨਿਭਾਉਣੀ ਆਉਂਦੀ ਹੈ, ਕਿਉਂਕਿ ਇਹ ਸਵਾਰਥੀ ਹੁੰਦਾ ਹੈ। ਜਿਹੜਾ ਸਵਾਰਥੀ ਹੋਏਗਾ ਉਹ ਆਪਣੇ ਸਵਾਰਥ ਵਾਸਤੇ ਹੀ ਦੋਸਤੀ ਕਿਸੇ ਨਾਲ ਕਰਦਾ ਹੈ, ਉਹ ਕਿਸੇ ਦੇ ਨਾਲ ਦੋਸਤੀ ਨਿਭਾਉਣ ਵਾਸਤੇ ਨਹੀਂ ਕਰਦਾ। ਆਮ ਤੌਰ ਤੇ ਅਸੀਂ ਦੁਨੀਆ ਵਿੱਚ ਵੇਖਦੇ ਹਾਂ ਕਿ ਅੱਜ ਦੋਸਤੀ ਜਿਹੜੀ ਹੈ ਸਵਾਰਥ ਜਿਹਦੇ ਅੰਦਰ ਹੋਵੇ, ਜਿਹੜਾ ਪਦਾਰਥਵਾਦੀ ਹੋਵੇ, ਮਾਇਆਵਾਦੀ ਹੋਵੇ, ਸਵਾਰਥੀ ਹੋਵੇ, ਉਹ ਕਦੇ ਦੋਸਤੀ ਨਹੀਂ ਨਿਭਾਉਂਦਾ। ਮਾਫ ਕਰਨਾ, ਉਹ ਦੋਸਤੀ ਦੇ ਨਾਮ ਉੱਤੇ ਇੱਕ ਧੱਬਾ ਬਣ ਕੇ ਰਹਿ ਜਾਂਦਾ ਹੈ। ਉਹ ਅਕਸਰ ਦੋਸਤ ਬਣਾ ਕੇ ਦੋਸਤ ਦੀ ਪਿੱਠ ਪਿੱਛੇ ਛੁਰਾ ਖੋਭ ਦਿੰਦਾ ਹੈ, ਕਿਉਂਕਿ ਉਹਨੂੰ ਆਪਣਾ ਸਵਾਰਥ ਪੂਰਾ ਕਰਨਾ ਹੈ। ਤੇ ਜਿੰਨਾ ਚਿਰ ਉਹਦੇ ਦੋਸਤ ਕੋਲੋਂ ਉਹਨੂੰ ਉਹਦਾ ਸਵਾਰਥ ਪੂਰਾ ਹੋ ਰਿਹਾ, ਉਹਦਾ ਮਨੋਰਥ ਪੂਰਾ ਹੋ ਰਿਹਾ, ਉਹਨੂੰ ਜੋ ਚਾਹੀਦਾ ਉਹ ਮਿਲ ਰਿਹਾ, ਉਹਨਾਂ ਚਿਰ ਉਹਦੇ ਨਾਲ ਬੜਾ ਮਿੱਠਾ ਪਿਆਰ ਨਾਲ ਬੋਲੇਗਾ। ਤੇ ਜਦੋਂ ਪਤਾ ਵੀ ਮੈਂ ਜਿਸ ਮਕਸਦ ਲਈ ਇਹਨੂੰ ਆਪਣਾ ਦੋਸਤ ਬਣਾਇਆ ਸੀ ਉਹ ਪੂਰਾ ਹੋ ਗਿਆ, ਬਸ ਉਸੇ ਵੇਲੇ ਉਹਨੂੰ ਧੋਖਾ ਦੇ ਦੇਗਾ। ਜਿਸ ਦੋਸਤ ਦੀ ਖਾਤਰ ਜਾਨ ਵਾਰਨ ਨੂੰ ਫਿਰਦਾ ਸੀ, ਅੱਜ ਉਹਦੀ ਜਾਨ ਲੈਣ ਨੂੰ ਫਿਰਦਾ ਹੈ। ਸਭ ਕਹਿੰਦੇ ਇਹ ਮਨਮੁਖਾਂ ਦੀ ਦੋਸਤੀ ਹੈ, ਇਹ ਥੋੜੜਿਆਂ ਦਿਨ ਚਾਰ, ਵੱਧ ਤੋਂ ਵੱਧ 4 ਦਿਨ ਹੀ ਨਿਭ ਸਕਦੀ, ਥੋੜੇ ਕੁ ਦਿਨਾਂ ਦੀ ਹੁੰਦੀ ਹੈ, ਕਿਉਂਕਿ ਇੱਕ ਦਿਨ ਮਨਮੁਖ ਦਾ ਪਾਜ ਉਗੜ ਜਾਂਦਾ ਹੈ। ਮਨਮੁਖ ਦੇ ਮਨ ਦੀ ਖੋਟ ਜਿਹੜੀ ਹੈ ਇਹ ਬਾਹਰ ਆ ਜਾਂਦੀ ਹੈ। ਜਿਵੇਂ ਇਤਿਹਾਸ ਚੱਲ ਰਿਹਾ ਹੈ ਗੁਰੂ ਕਲਗੀਧਰ ਪਾਤਸ਼ਾਹ ਦਾ। ਇੱਕ ਟਾਈਮ ਐਸਾ ਆਇਆ ਸੀ ਕਿ ਭੀਮ ਚੰਦ ਕਹਿਲੂਰੀ ਰਾਜਾ ਗੁਰੂ ਕਲਗੀਧਰ ਪਾਤਸ਼ਾਹ ਜੀ ਵਾਸਤੇ ਮਿੱਤਰਤਾਈ ਦਾ ਸੁਨੇਹਾ ਭੇਜਦਾ ਹੈ। ਔਰ ਇੱਕ ਟਾਈਮ ਐਸਾ ਆਇਆ ਕਿ ਉਹੀ ਜਿਹੜਾ ਮਿੱਤਰਤਾਈ ਦੋਸਤੀ ਦਾ ਹੱਥ ਅੱਗੇ ਵਧਾਉਂਦਾ ਹੈ, ਉਹੀ ਫਿਰ ਹੱਥਾਂ ਵਿੱਚ ਹਥਿਆਰ ਲੈ ਕੇ, ਸ਼ਸਤਰ ਲੈ ਕੇ ਤੇ ਭਾਰੀ ਗਿਣਤੀ ਵਿੱਚ ਫੌਜ ਲੈ ਕੇ ਗੁਰੂ ਕਲਗੀਧਰ ਪਾਤਸ਼ਾਹ ਤੇ ਹਮਲਾ ਕਰਦਾ ਹੈ। ਉਹੀ ਹੈ ਜਿਹੜੇ ਧਰਮ ਦਾ ਵਾਸਤਾ ਪਾ ਕੇ ਕਹਿੰਦੇ ਨੇ ਗੁਰੂ ਕਲਗੀਧਰ ਪਾਤਸ਼ਾਹ ਤੁਸੀਂ ਆਨੰਦਪੁਰ ਸਾਹਿਬ ਨੂੰ ਛੱਡ ਦਿਓ, ਅਸੀਂ ਧਰਮ ਦਾ ਵਾਸਤਾ ਪਾ ਕੇ ਤੁਹਾਨੂੰ ਕਹਿੰਦੇ। ਗੁਰੂ ਕਲਗੀਧਰ ਪਾਤਸ਼ਾਹ ਤੇ ਫਿਰ ਵੀ ਇਮਾਨਦਾਰੀ ਨਾਲ ਦੋਸਤੀ ਨਿਭਾਉਂਦੇ। ਫਿਰ ਵੀ ਸਤਿਗੁਰੂ ਪਾਤਸ਼ਾਹ ਜੀ ਨੇ ਜਿਹੜਾ ਉਹ ਉਹਨਾਂ ਦੀ ਲਾਜ ਰੱਖੀ ਹੈ, ਮਿੱਤਰਤਾਈ ਦੀ ਲਾਜ ਰੱਖੀ ਹੈ। ਭਾਵੇਂ ਇੱਕ ਦਿਨ ਉਹਨੇ ਮਿੱਤਰਤਾਈ ਦਾ ਹੱਥ ਵਧਾਇਆ ਸੀ, ਫਿਰ ਵੀ ਲਾਜ ਰੱਖੀ, ਆਨੰਦਪੁਰ ਸਾਹਿਬ ਛੱਡਿਆ। ਤੇ ਰਾਤ ਜਿਹੜਾ ਇਤਿਹਾਸ ਵਿੱਚ ਜ਼ਿਕਰ ਚੱਲ ਰਿਹਾ ਸੀ ਕਿ ਜਿਹੜਾ ਵਿਸਾਲੀ ਦਾ ਰਾਜਾ ਆਇਆ, ਉਹ ਕਹਿੰਦਾ ਮਹਾਰਾਜ ਜੀ ਇਹਨਾਂ ਦੇ ਮਨ ਤੇ ਕਾਲਖ ਨਾਲ ਭਰੇ ਪਏ ਨੇ, ਇਹ ਬਾਹਰੋਂ ਉਜਲ ਲੱਗਦੇ ਨੇ, ਬਾਹਰੋਂ ਚੰਗੇ ਲੱਗਦੇ ਨੇ, ਅੰਦਰੋਂ ਤਾਂ ਕਾਲਖ ਨਾਲ, ਇਹਨਾਂ ਦੇ ਤਾਂ ਮੁਖ ਕਾਲੇ ਨੇ।
ਔਰ ਇਹ ਜਿੰਨੇ ਮਰਜ਼ੀ ਬਾਹਰੋਂ ਤੀਰਥਾਂ ਤੇ ਚੁੱਭੀਆਂ ਲਾ ਲੈਣ, ਗੰਗਾ ਜਮਨਾ ਹਰਿਦੁਆਰ ਜਿੱਥੇ ਮਰਜ਼ੀ ਚਲੇ ਜਾਣ, ਇਹ ਮਨ ਦੀ ਕਾਲਖ ਨਹੀਂ ਇਹਨਾਂ ਦੇ ਵਿੱਚੋਂ ਨਿਕਲਣੀ। ਕਿਉਂਕਿ ਇਹ ਕਾਲਖ ਮਨ ਦੀ ਹੈ। ਜੇ ਤਨ ਦੀ ਹੋਵੇ ਫਿਰ ਤੇ ਆਪਣੇ ਕੋਲ ਬਹੁਤ ਸਾਧਨ ਤਰੀਕੇ ਨੇ। ਹੁਣ ਕਾਲਖ ਹੀ ਮਨ ਨੂੰ ਲੱਗੀ ਹੈ, ਮੈਲ ਹੀ ਮਨ ਨੂੰ ਲੱਗੀ ਹੈ, ਉਹ ਤਨ ਦੇ ਰਾਹੀਂ ਗੱਲ ਬਣਨੀ ਨਹੀਂ। ਮਨ ਮੈਲ ਹੈ, ਸਭ ਕਿਛ ਮੈਲਾ, ਤਨ ਧੋਤੈ ਮਨ ਹੱਛਾ ਨਾ ਹੋਏ। ਗੁਰਬਾਣੀ ਦੇ ਵਿੱਚ ਸਾਨੂੰ ਇਹੀ ਗੱਲ ਸਮਝਾਈ। ਕਹਿੰਦੇ ਮਨ ਮੈਲ ਹੈ, ਤੇਰਾ ਮਨ ਮੈਲਾ ਹੈ, ਮਨ ਕਾਲਖ ਨਾਲ ਭਰਿਆ ਹੈ, ਮਨ ਗੰਦਗੀ ਨਾਲ ਭਰਿਆ ਹੈ, ਤਾਂ ਸਭ ਕੁਛ ਮੈਲਾ। ਤੇਰੇ 9 ਦਰਵਾਰੇ ਜਿਹੜੇ ਨੇ, ਇਹ 9 ਦੇ 9 ਦਰਵਾਜ਼ੇ ਮੈਲੇ ਨੇ, ਕਿਉਂਕਿ ਮੈਲ ਅੰਦਰੋਂ ਆ ਰਹੀ ਹੈ। ਤੇਰੀਆਂ ਅੱਖਾਂ ਵਿੱਚ ਵੀ ਮਲੀਨਤਾ, ਕੰਨਾਂ ਵਿੱਚ ਵੀ, ਜ਼ੁਬਾਨ ਵਿੱਚ ਵੀ, ਤੇਰੇ ਮਨ ਦੇ ਵਿੱਚ ਖੋਟ ਹੈ, ਕਿਉਂਕਿ ਸਭ ਕੁਝ ਹੀ ਮੈਲਾ ਹੋ ਗਿਆ ਨਾ ਇੱਕ ਮਨ ਦੇ ਮੈਲੇ ਹੋਣ ਨਾਲ। ਤੇ ਤਨ ਅਸੀਂ ਧੋ ਰਹੇ ਹਾਂ, ਤਨ ਦੀ ਮੈਲ ਉਤਾਰ ਰਹੇ ਹਾਂ, ਅੱਖਾਂ ਸਾਫ਼ ਕਰ ਰਹੇ ਹਾਂ, ਅੱਖਾਂ ਦੇ ਜਾਲੇ ਅਸੀਂ ਦੂਰ ਕਰਨ ਲਈ ਰੋਜ਼ ਸਵੇਰੇ ਸ਼ਾਮ ਅੱਖਾਂ 'ਚ ਦਵਾਈ ਵੀ ਪਾਉਂਦੇ ਹਾਂ, ਕੰਨਾਂ ਨੂੰ ਵੀ ਸਾਫ਼ ਕਰਾਉਂਦੇ ਹਾਂ, ਦੰਦ ਰੋਜ਼ ਸਾਫ਼ ਕਰਦੇ ਹਾਂ, ਚਮੜੀ ਰੋਜ਼ ਅਸੀਂ ਮਲ ਕੇ ਨਹਾਉਂਦੇ ਹਾਂ। ਪਰ ਸਾਹਿਬ ਕਹਿੰਦੇ ਧਿਆਨ ਰੱਖੀ, ਠੀਕ ਹੈ ਤਨ ਦੀ ਸਫਾਈ ਜ਼ਰੂਰੀ ਹੈ, ਤਨ ਦੀ ਸਫਾਈ ਬਹੁਤ ਜ਼ਰੂਰੀ ਹੈ, ਪਰ ਇਹਦਾ ਭੁਲੇਖਾ ਇਹ ਨਾ ਪਾ ਬੈਠੀ ਕਿ ਮੈਂ ਤਨ ਨੂੰ ਸਵਾਰ ਲਿਆ, ਚਮੜੀ ਆਪਣੀ ਜਿਹੜੀ ਸੀ ਇਹ ਮੈਂ ਚੰਗੀ ਸੋਹਣੀ ਬਣਾ ਲਈ ਔਰ ਉੱਤੇ ਸਾਫ਼ ਸੁਥਰੇ ਬਸਤਰ ਪਾ ਲਏ ਨੇ, ਤੇ ਕੀ ਤੇਰਾ ਮਨ ਵੀ ਅੰਦਰੋਂ ਚੰਗਾ ਹੋ ਗਿਆ? ਮਨ ਵੀ ਅੰਦਰੋਂ ਜਿਹੜਾ ਉਹ ਧੋਤਾ ਹੋ ਗਿਆ? ਨਹੀਂ, ਮਨ ਤੇ ਅੰਦਰੋਂ ਮੈਲੇ ਦਾ ਮੈਲਾ ਹੀ ਹੈ। ਤੇਰੀ ਨੀਅਤ ਵੀ ਮੈਲੀ ਹੈ। ਤੇਰੇ ਜਿਹੜੀ ਅੰਦਰੋਂ ਨੀਅਤ ਤਾਂ ਸਾਫ਼ ਹੋਏਗੀ ਜੇ ਤੇਰਾ ਮਨ ਸਾਫ਼ ਹੋਏਗਾ। ਕਈ ਵਾਰੀ ਕਹਿੰਦੇ ਨਾ ਵੀ ਬੰਦਾ ਬਾਹਰੋਂ ਵੇਖਣ ਨੂੰ ਕਿੰਨਾ ਚੰਗਾ ਲੱਗਦਾ ਹੈ, ਪਰ ਇਹਦੀ ਨੀਅਤ ਕਿੰਨੀ ਮਾੜੀ ਹੈ। ਉਹ ਕਿਉਂ? ਕਿਉਂਕਿ ਮਨ ਮੈਲਾ ਸੀ। ਅਸੀਂ ਆਪਣੇ ਮਨ ਨੂੰ ਧੋਣ ਵਾਸਤੇ ਹੀ ਗੁਰੂ ਦੇ ਦਰ ਤੇ ਆਉਂਦੇ ਹਾਂ। ਸਾਡਾ ਕਿਤੇ ਮਨ ਅੰਦਰੋਂ ਧੋਤਾ ਜਾਏ, ਇਹ ਵਿਕਾਰਾਂ ਦੀ ਮੱਲ ਜਿਹੜੀ ਲੱਗੀ ਹੈ, ਇਹ ਕਿਤੇ ਕਾਲਖ, ਜਾਂ ਰਾਤ ਜ਼ਿਕਰ ਕੀਤਾ ਸੀ ਕਿ ਕੱਪੜਿਆਂ ਤੇ ਦਾਗ ਲੱਗਾ ਹੋਵੇ ਉਤਾਰ ਸਕਦੇ ਹੋ, ਚਮੜੀ ਤੇ ਕੋਈ ਦਾਗ ਲੱਗ ਜਾਏ ਉਤਾਰ ਸਕਦੇ ਹੋ, ਜਿਹੜੇ ਤੁਹਾਡੇ ਆਚਰਣ ਤੇ, ਤੁਹਾਡੇ ਕਰੈਕਟਰ ਤੇ, ਜਿਹੜਾ ਤੁਹਾਡੇ ਜੀਵਨ ਤੇ ਮਨ ਕਰਕੇ ਦਾਗ ਧੱਬਾ ਲੱਗ ਗਿਆ, ਉਹਨੂੰ ਕਿਵੇਂ ਧੋਵੋਗੇ? ਕਿੱਥੇ ਧੋਵੋਗੇ ਜਾ ਕੇ? ਅਸੀਂ ਆਪਣੇ ਅੰਦਰ ਲੱਗੇ ਹੋਏ ਦਾਗ ਧੱਬੇ ਮਿਟਾਉਣ ਲਈ ਹੀ ਗੁਰੂ ਦੁਆਰੇ ਆਉਂਦੇ ਹਾਂ। ਅਸੀਂ ਆਪਣੇ ਆਚਰਣ ਤੇ, ਸਾਡੇ ਜੀਵਨ ਤੇ ਲੱਗੇ ਦਾਗ ਧੱਬੇ ਜਿਹੜੇ ਨੇ, ਉਹਨੂੰ ਧੋਣ ਲਈ ਅਸੀਂ ਗੁਰਬਾਣੀ ਦਾ ਜਾਪ ਕਰਦੇ ਹਾਂ। ਨਿਤਨੇਮ ਇਸੇ ਲਈ ਅਸੀਂ ਕਰਨਾ ਹੈ ਕਿ ਸਾਡੇ ਅੰਦਰ ਕਿਤੇ ਆ ਦਾਗ ਧੱਬੇ ਧੋਤੇ ਜਾਣ, ਕਿਉਂਕਿ ਹੋਰ ਕੋਈ ਦੂਜਾ ਤਰੀਕਾ ਹੀ ਨਹੀਂ, ਕੋਈ ਹੋਰ ਦੂਸਰੀ ਜੁਗਤੀ ਨਹੀਂ ਹੈ। ਜੇ ਕੋਈ ਦੂਜਾ ਤਰੀਕਾ ਹੋਵੇ ਫਿਰ ਬੰਦਾ ਕਹਿੰਦਾ ਛੱਡੋ ਪਰਾਂ, ਇਹ ਕੰਮ ਕਰਨਾ, ਉਹ ਦੂਜੇ ਪਾਸੇ ਚੱਲਦੇ ਆ, ਪਰ ਕੋਈ ਦੂਜਾ ਰਸਤਾ ਨਹੀਂ। ਇਸ ਲਈ ਸਾਹਿਬ ਕਹਿੰਦੇ ਆ ਜਿਹੜੀ ਮਨਮੁਖਾਂ ਦੀ ਦੋਸਤੀ ਹੈ ਨਾ, ਇਹ ਤਾਂ 4 ਦਿਨਾਂ ਦੀ ਹੈ, ਬਾਅਦ ਵਿੱਚ ਰੋਣਾ ਪੱਲੇ ਪੈ ਜਾਣਾ ਹੈ, ਦੁੱਖ ਪੱਲੇ ਪੈ ਜਾਏਗਾ ਕਿ ਮੈਂ ਇਹਦੇ ਨਾਲ ਕਿੰਨੀ ਦੋਸਤੀ ਨਿਭਾਈ, ਇਹਨੇ ਕੀ ਕਦਰ ਕੀਤੀ ਮੇਰੀ। ਗੁਰੂ ਕਲਗੀਧਰ ਪਾਤਸ਼ਾਹ ਤਾਂ ਆਪਣੀ ਦੋਸਤੀ ਨਿਭਾ ਗਏ ਨੇ, ਅਸੀਂ ਕਿੰਨੀ ਕੁ ਨਿਭਾ ਰਹੇ ਹਾਂ ਦੇਖਣਾ ਹੀ ਹੈ। ਗੁਰੂ ਕਲਗੀਧਰ ਪਾਤਸ਼ਾਹ ਜੀ ਤੁਹਾਡੇ ਚਾਰੇ ਦੇ ਚਾਰੇ ਸਾਹਿਬਜ਼ਾਦੇ ਤਾਂ ਨਿਭਾ ਗਏ, ਅਸੀਂ ਕਿੰਨੀ ਕੁ ਨਿਭਾ ਰਹੇ ਹਾਂ? ਕਿ ਸਾਡੀ ਵੀ ਕਿਤੇ 4 ਦਿਨਾਂ ਦੀ ਦੋਸਤੀ ਤਾਂ ਨਹੀਂ, ਕਿਤੇ ਸਵਾਰਥ ਪਿੱਛੇ ਤੇ ਨਹੀਂ। ਸਾਰਿਆਂ ਦੀ ਗੱਲ ਨਹੀਂ ਹੋ ਰਹੀ, ਮੈਨੂੰ ਮਾਫ ਕਰਨਾ। ਜਿੰਨੇ ਤੁਸੀਂ ਰੋਜ਼ਾਨਾ ਭਾਵਨਾ ਪਿਆਰ ਨਾਲ ਆਉਂਦੇ ਮੁਬਾਰਕ ਹੋ, ਪਰ ਬਹੁਤਾਤ ਵਿੱਚ ਐਸੇ ਵੀ ਤਾਂ ਹੋਣਗੇ ਜਿਨ੍ਹਾਂ ਦਾ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨਾਲ ਮਤਲਬ ਆਪਣਾ ਸਵਾਰਥ ਪੂਰਾ ਕਰਨਾ ਹੀ ਹੈ, ਆਪਣਾ ਮਨੋਰਥ ਪੂਰਾ ਹੀ ਕਰਨਾ ਹੈ। ਬਸ ਜਿੱਦਨ ਸਵਾਰਥ ਪੂਰਾ ਹੋ ਗਿਆ, ਮਨੋਰਥ ਪੂਰਾ ਹੋ ਗਿਆ, ਉਸ ਦਿਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਤੁਹਾਡੇ ਦੀਦਾਰ ਕਰਨੇ ਵੀ ਔਖੇ ਹੋ ਜਾਣੇ ਆ। ਉਸ ਦਿਨ ਤੁਹਾਡੇ ਅੰਮ੍ਰਿਤ ਬਾਣੀ ਦਾ ਅਭਿਆਸ ਕਰਨਾ ਵੀ ਬੜਾ ਔਖਾ ਲੱਗਣਾ ਹੈ। ਤੇ ਜਦੋਂ ਮਨੋਰਥ ਸੀ ਵੀ ਮੈਂ ਆਪਣਾ ਮਨੋਰਥ ਪੂਰਾ ਕਰਨਾ ਹੈ, ਉਦੋਂ ਤੇ ਫਿਰ 3 ਵਜੇ ਵੀ ਜਾਗ ਆ ਜਾਂਦੀ ਸੀ।
ਉਦੋਂ ਤੇ 4 ਵਜੇ ਵੀ ਉੱਠ ਕੇ ਆ ਕੇ ਜੁੜ ਜਾਂਦਾ ਸੀ, ਤੇ ਜਦੋਂ ਮਨੋਰਥ ਪੂਰਾ ਹੋ ਗਿਆ ਹੁਣ 10 ਵਜੇ ਤੱਕ ਵੀ ਜਾਗ ਨਹੀਂ ਆਉਂਦੀ। ਆਹ ਦੋਸਤੀ ਹੈ। ਮਨ ਮੁਖਾਂ ਸੇਤੀ ਦੋਸਤੀ ਥੋੜੜਿਆਂ ਦਿਨ ਚਾਰ। ਜਦੋਂ ਗੁਰੂ ਅਮਰਦਾਸ ਜੀ ਨੇ ਇਹ ਗੱਲਾਂ ਕੀਤੀਆਂ ਕਿ ਮਨਮੁਖ ਦੀ ਦੋਸਤੀ ਜਿਹੜੀ ਹੈ ਉਹ ਆਪਣੇ ਮਨੋਰਥ ਸਵਾਰਥ ਵਾਸਤੇ ਹੀ ਹੁੰਦੀ ਹੈ, ਥੋੜੇ ਦਿਨਾਂ ਬਾਅਦ ਰੰਗ ਢੰਗ ਪਤਾ ਲੱਗਣ ਲੱਗ ਜਾਂਦਾ ਹੈ, ਥੋੜੇ ਸਮੇਂ ਬਾਅਦ ਹੀ ਉਹਦਾ ਹਾਉ ਭਾਉ ਬਦਲਣਾ ਸ਼ੁਰੂ ਹੋ ਜਾਂਦਾ ਹੈ। ਇਸ ਲਈ ਫਿਰ ਗੁਰੂ ਰਾਮਦਾਸ ਮਹਾਰਾਜ ਜੀ ਨੇ ਵੀ ਕਹਿ ਦਿੱਤਾ, ਕਿਉਂਕਿ ਗੁਰੂ ਅਮਰਦਾਸ ਜੀ ਕਹਿ ਰਹੇ ਨੇ ਕਿ ਇਹਨਾਂ ਦੀ ਦੋਸਤੀ 4 ਦਿਨਾਂ ਦੀ ਹੈ, ਤੇ ਫਿਰ ਗੁਰੂ ਸਾਹਿਬ ਕਹਿੰਦੇ ਨਾਨਕ ਮਨ ਮੁਖਾਂ ਦੇ ਨਾਲੋਂ ਜਿਹੜੀ ਇਹ ਦੋਸਤੀ ਹੈ ਇਹ ਟੁੱਟੀ ਹੋਈ ਚੰਗੀ ਹੈ, ਇਹ ਟੁੱਟੀ ਚੰਗੀ ਹੈ। ਇਹ ਫਿਰ ਅਸੀਂ ਨਹੀਂ ਇਹੋ ਜਿਹੀ ਦੋਸਤੀ ਨਿਭਾਉਣੀ ਜਿਹੜਾ ਪਿੱਠ ਪਿੱਛੇ ਛੁਰਾ ਖੋਭ ਦੇ। ਜੇ ਦੋਸਤ ਬਣ ਕੇ ਹੀ ਦੋਸਤ ਘਰ ਵਿੱਚ ਆ ਕੇ ਘਰ ਨੂੰ ਹੀ ਲੁੱਟ ਕੇ ਲੈ ਜਾਏ, ਕਹਿੰਦੇ ਇਹਦੇ ਨਾਲੋਂ ਟੁੱਟੀ ਭਲੀ ਹੈ, ਇਹਦੇ ਨਾਲੋਂ ਸਾਂਝ ਟੁੱਟੀ ਹੋਈ ਚੰਗੀ ਹੈ। ਕਮ ਸੇ ਕਮ ਦੁੱਖ ਤਾਂ ਨਹੀਂ ਹੋਏਗਾ, ਤਕਲੀਫ ਤਾਂ ਨਹੀਂ ਹੋਏਗੀ, ਕੋਈ ਇਹ ਸਾਰੀ ਜ਼ਿੰਦਗੀ ਦਾ ਗਮ ਤੇ ਨਹੀਂ ਅੰਦਰ ਲੱਗੇਗਾ ਕਿ ਮੈਂ ਇਹਨੂੰ ਆਪਣਾ ਦੋਸਤ ਬਣਾਇਆ ਸੀ, ਇਹ ਦੋਸਤ ਬਣ ਕੇ ਹੀ ਘਰ ਲੁੱਟ ਕੇ ਲੈ ਗਿਆ। ਇਹਨੇ ਚੰਗਾ ਮੇਰਾ ਇਹ ਦੋਸਤ ਬਣਿਆ, ਮੇਰੀ ਹੋਈ ਇੱਜ਼ਤ ਪੱਤ ਨੂੰ ਇਹਨੇ ਹੱਥ ਪਾ ਲਿਆ। ਕਿਉਂਕਿ ਸਾਹਿਬ ਜੀ ਕਹਿੰਦੇ ਦੋਸਤੀ ਅੱਜ ਇਸ ਤਰ੍ਹਾਂ ਦੀ ਹੋ ਚੁੱਕੀ ਹੈ, ਕੋਈ ਵਿਰਲਾ ਹੀ ਹੈ ਜਿਹੜਾ ਇਮਾਨਦਾਰੀ ਨਾਲ ਦੋਸਤੀ ਨੂੰ ਨਿਭਾਉਂਦਾ ਹੋਏਗਾ। ਇਸ ਲਈ ਸਤਿਗੁਰ ਹੁਣ ਗੁਰੂ ਸਾਹਿਬ ਨੇ ਤਾਂ ਹਰ ਇੱਕ ਦੇ ਨਾਲ ਨਿਭਾਈ ਹੈ, ਅਸੀਂ ਕਿੰਨੀ ਨਿਭਾ ਰਹੇ ਹਾਂ ਇਹ ਅਸੀਂ ਵੇਖਣਾ ਹੈ। ਕਿਸੇ ਉੱਤੇ ਕੋਈ ਇਲਜ਼ਾਮ ਨਹੀਂ ਜਾਂ ਦੋਸ਼ ਨਹੀਂ, ਜਾਂ ਕਿਸੇ ਤੇ ਕੋਈ ਕਿੰਤੂ ਪਰੰਤੂ ਨਹੀਂ, ਬਸ ਆਪ ਨੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ। ਆਪਾਂ ਵੇਖਣਾ ਕਿ ਅਸੀਂ ਗੁਰੂ ਸਾਹਿਬ ਨਾਲ ਜਾਂ ਅਕਾਲ ਪੁਰਖ ਪਰਮੇਸ਼ਵਰ ਨਾਲ ਅਸੀਂ ਕਿੰਨੀ ਕੁ ਨਿਭਾਉਂਦੇ। ਜਿਨ੍ਹਾਂ ਨੇ ਨਿਭਾਈ ਹੈ ਉਹ ਕਹਿੰਦੇ ਸੁਣ ਯਾਰ ਹਮਾਰੇ ਸੱਜਣ, ਉਹ ਤਾਂ ਯਾਰ ਕਹਿੰਦੇ ਨੇ, ਉਹ ਤਾਂ ਸੱਜਣ ਕਹਿੰਦੇ ਨੇ। ਉਹ ਕਹਿੰਦੇ ਮੇਰਾ ਤੇ ਤੂੰ ਹੀ ਇੱਕ ਦੋਸਤ ਹੈ, ਮੇਰਾ ਤੇ ਇੱਕ ਤੂੰ ਹੀ। ਹੁਣ ਗੁਰਬਾਣੀ ਦਾ ਫੈਸਲਾ ਹੈ ਕਿ ਸੁਣ ਯਾਰ ਹਮਾਰੇ ਸੱਜਣ, ਇੱਕ ਕਰੋ ਬੇਨੰਤੀਆਂ ਕਿ ਮੇਰਾ ਤੇ ਤੂੰ ਹੀ ਹੈ। ਕਿਉਂਕਿ ਦੁਨੀਆ ਤੇ ਇਸ ਤਰ੍ਹਾਂ ਦੀ ਹੈ ਕਿ ਪ੍ਰੀਤਮ ਜਾਣ ਲਿਓ ਮਨ ਮਾਹੀ, ਆਪਣੇ ਸੁਖ ਸਿਓ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਹੀ। ਇੱਕ ਤੁਸੀਂ ਮੇਰੇ ਅਸਲ ਦੋਸਤ ਯਾਰ ਮਿੱਤਰ ਹੋ, ਇੰਨਾ ਕੁਝ ਦੇ ਕੇ ਕਦੇ ਨਹੀਂ ਸੁਣਾਉਂਦੇ, ਕਦੀ ਨਹੀਂ ਸੁਣਾਉਂਦੇ, ਕਦੀ ਤਾਨੇ ਮੇਣੇ ਨਹੀਂ ਮਾਰਦੇ, ਕਦੇ 4 ਬੰਦਿਆਂ ਵਿੱਚ ਮੈਨੂੰ ਬੇਇੱਜ਼ਤ ਨਹੀਂ ਕਰਦੇ, ਇੰਨਾ ਕੁਝ ਦੇ ਕੇ ਵੀ ਜਤਾਉਂਦੇ ਨਹੀਂ। ਇੱਥੇ ਤੇ ਮਾੜਾ ਜਿਹਾ ਕੋਈ ਤਿਨਕਾ ਵੀ ਕਿਸੇ ਨੂੰ ਦੇ ਦੇ ਤੇ ਉਹਨੂੰ ਬਾਰ-ਬਾਰ ਸੁਣਾਉਂਦਾ ਹੈ, ਉਹਨੂੰ ਬਾਰ-ਬਾਰ ਜਤਾਉਂਦਾ ਹੈ, ਔਰ ਉਹ ਵੀ ਉਦੋਂ 4 ਬੰਦਿਆਂ ਦੇ ਵਿੱਚ, ਤਾਂ ਕਿ ਪਤਾ ਲੱਗੇ ਵੀ ਮੈਂ ਇਹਨੂੰ ਕੁਝ ਦਿੱਤਾ ਹੈ। ਤੇ ਜਿਹੜਾ ਦੇਣ ਵਾਲਾ ਦਾਤਾ ਹੈ ਉਹਨੇ ਤੇ ਕਦੇ ਨਹੀਂ ਜਤਾਇਆ, ਉਹਨੇ ਤੇ ਕਦੀ ਨਹੀਂ ਕਿਹਾ ਮੈਂ ਤੇਰੇ ਤੇ ਅਹਿਸਾਨ ਕੀਤਾ ਹੈ। ਦੋਸਤ ਤਾਂ ਫਿਰ ਵੀ ਕਿਤੇ ਨਾ ਕਿਤੇ ਕਹਿ ਜਾਂਦਾ ਹੈ, ਚਲੋ ਦੋਸਤੀ ਤਾਂ ਇੱਕ ਪਾਸੇ ਆਪਣੇ ਵੀ ਜਿਨ੍ਹਾਂ ਦੇ ਨਾਲ ਖੂਨ ਦਾ ਰਿਸ਼ਤਾ ਹੁੰਦਾ ਹੈ ਉਹ ਵੀ ਕਹਿ ਜਾਂਦਾ ਵੀ ਮੈਂ ਤੇ ਤੇਰੇ ਤੇ ਅਹਿਸਾਨ ਕੀਤਾ ਹੈ, ਮੈਂ ਜੇ ਤੇਰੇ ਨਾਲ ਨਾ ਹੁੰਦਾ ਤੇ ਤੇਰਾ ਕੀ ਬਣਦਾ। ਪਰ ਉਹ ਕਹਿੰਦਾ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਛੰਦਾ, ਮੇਰੇ ਨਾਲ ਮੇਰਾ ਉਹ ਅਸਲੀ ਸੱਜਣ ਯਾਰ ਮਿੱਤਰ ਮੇਰੇ ਨਾਲ ਹੈ, ਮੈਨੂੰ ਕਿਸੇ ਦੀ ਮੁਹਤਾਜੀ ਦੀ ਲੋੜ ਨਹੀਂ। ਕਿਉਂਕਿ ਉਹ ਐਸਾ ਮਿੱਤਰ ਹੈ ਜਿਹੜਾ ਆਦ ਅੰਤ ਪ੍ਰਭ ਸਦਾ ਸਹਾਈ, ਧਨ ਹਮਾਰਾ ਮੀਤ। ਉਹ ਮੇਰਾ ਮੀਤ ਹੈ ਨਾ, ਜਿਹੜਾ ਮਿੱਤਰ, ਉਹ ਆਦ ਤੇ ਅੰਤ ਹਰ ਵੇਲੇ ਮੇਰਾ ਸਹਾਈ ਹੋਣ ਵਾਲਾ ਹੈ। ਉਹ ਹਰ ਵੇਲੇ ਦੁੱਖ ਸੁੱਖ ਵਿੱਚ ਮੇਰੇ ਨਾਲ ਖਲੋਣ ਵਾਲਾ, ਤੇ ਮੈਂ ਵੀ ਦੁੱਖ ਸੁੱਖ ਆਪਣੇ ਮਿੱਤਰ ਨੂੰ ਹੀ ਸੁਣਾਉਣਾ, ਹੋਰ ਕਿਸੇ ਨੂੰ ਨਹੀਂ। ਮੈਂ ਹੋਰ ਥਾਉ ਨਹੀਂ ਜਿਸ ਪੈ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਇਹ ਹੈ ਗੁਰਮੁਖਾਂ ਦੀ ਨਿਸ਼ਾਨੀ ਕਿ ਜਦੋਂ ਦੁੱਖ ਸੁੱਖ ਹੋਵੇ ਤੇ ਆਪਣੇ ਮਿੱਤਰ, ਕਿਉਂਕਿ ਸਾਡਾ ਗੂੜਾ ਮਿੱਤਰ ਪਿਆਰ ਵਾਲਾ ਮਿੱਤਰ ਕੌਣ ਹੈ? ਜਿਹੜਾ ਆਦ ਤੋਂ ਅੰਤ ਤੱਕ ਸਾਡੀ ਸਹਾਇਤਾ ਕਰਨ ਵਾਲਾ। ਫਿਰ ਮੈਂ ਆਪਣਾ ਦੁੱਖ ਸੁੱਖ ਵੀ ਉਹਨੂੰ ਹੀ ਸੁਣਾਉਂਦਾ, ਕਿਉਂਕਿ ਉਹ ਮੇਰੇ ਦੁੱਖ ਨੂੰ ਸੁਣ ਕੇ ਮੇਰੇ ਦੁੱਖ ਦਾ ਤਮਾਸ਼ਾ ਨਹੀਂ ਬਣਾਉਂਦਾ। ਆਮ ਤੌਰ ਤੇ ਆਪਾਂ ਕਿਸੇ ਨੂੰ ਦੁੱਖ ਸੁਣਾਉਂਦੇ ਆ ਨਾ, ਉਹ ਮਜ਼ਾਕ ਬਣ ਕੇ ਰਹਿ ਜਾਂਦਾ ਹੈ।
ਉਹ ਫਿਰ ਇੱਕ ਨੂੰ, ਦੋ ਨੂੰ, ਚਾਰਾਂ ਨੂੰ, ਅੱਗੋਂ ਪੰਜ, ਪਤਾ ਨਹੀਂ ਕਿੰਨਿਆਂ ਨੂੰ ਜਾ ਕੇ ਉਹ ਦੱਸਦਾ ਕਿ ਫਲਾਣੇ ਨਾਲ ਤੇ ਆਹ ਕੁਝ ਹੋਇਆ। ਉਹਨੇ ਤਾਂ ਭਰੋਸਾ ਕਰਕੇ ਆਪਣਾ ਦੁੱਖ ਸੁਣਾਇਆ ਸੀ। ਉਹਨੇ ਕੀ ਕੀਤਾ? ਉਹਨੇ ਦੁੱਖ ਘਰ ਘਰ ਸੁਣਾ ਦਿੱਤਾ ਜਾ ਕੇ। ਇਹਦਾ ਮਤਲਬ ਉਹਨੇ ਦੋਸਤੀ ਨਹੀਂ ਨਿਭਾਈ, ਉਹਨੇ ਤਾਂ ਆਪਣਾ ਭਰੋਸਾ ਰੱਖ ਕੇ ਦੁੱਖ ਘਰ ਦਾ ਸੁਣਾਇਆ। ਇਹਨੇ ਘਰ ਦੇ ਪਰਦੇ ਸਾਰੇ ਹੀ ਫਰੋਲ ਕੇ ਰੱਖ ਦਿੱਤੇ। ਇਹੀ ਹਾਲਤ ਹੈ ਨਾ ਦੁਨੀਆ ਦੀ। ਪਰ ਸਤਿਗੁਰੂ ਜੀ ਕੋਲ ਆ ਕੇ ਅਸੀਂ ਆਪਣਾ ਦੁੱਖੜਾ ਜਿਹੜਾ ਉਹ ਸੁਣਾਉਣਾ, ਕਿਉਂਕਿ ਦੁੱਖ ਸੁਣਦੇ ਨੇ ਸਤਿਗੁਰੂ, ਉਹ ਸੁਣ ਕੇ ਅੱਗੋਂ ਉਹਦਾ ਮਜ਼ਾਕ ਨਹੀਂ ਬਣਾਉਂਦੇ। ਇੱਕ ਤਮਾਸ਼ਾ ਜਿਹਾ ਬਣ ਕੇ ਨਹੀਂ ਸੰਸਾਰ ਵਿੱਚ ਪ੍ਰਾਣੀ ਰਹਿੰਦਾ, ਜਿਹੜਾ ਆ ਕੇ ਸਤਿਗੁਰੂ ਦੇ ਚਰਨਾਂ 'ਚ ਜੁੜਦਾ ਹੈ। ਇਸ ਲਈ ਮਨਮੁਖ ਦੀ ਗੱਲ ਅੱਜ ਗੁਰੂ ਅਮਰਦਾਸ ਮਹਾਰਾਜ ਜੀ ਕਹਿ ਰਹੇ ਨੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਜਿਹੜਾ ਮਨਮੁਖ ਹੈ ਨਾ, ਜਿਹਦਾ ਮੁਖ ਸੰਸਾਰ ਦੇ ਵੱਲ ਹੈ, ਮਨ ਕਰਕੇ, ਜਿਹਦੇ ਮਨ ਦੇ ਵਿੱਚ ਵਿਕਾਰ ਨੇ, ਉਹ ਕਦੇ ਵੀ ਪਰਮੇਸ਼ਵਰ ਦਾ ਨਾਮ ਚੇਤੇ ਕਰ ਹੀ ਨਹੀਂ ਸਕਦਾ। ਕਦੇ ਉਹ ਪਰਮਾਤਮਾ ਦੇ ਨਾਮ ਨਾਲ ਜੁੜ ਹੀ ਨਹੀਂ ਸਕਦਾ। ਤੇ ਜਿੰਨਾ ਚਿਰ ਨਾਮ ਨਾਲ ਜੁੜੇਗਾ ਨਹੀਂ, ਉਨਾ ਚਿਰ ਦੁੱਖ ਭੋਗਦਾ ਰਹੇਗਾ। ਮਨ ਨੂੰ ਸੁੱਖ ਨਹੀਂ ਮਿਲਣਾ, ਮਨ ਦੁਖੀ ਰਹੇਗਾ। ਜਿਨ੍ਹਾਂ ਦਾ ਮਨ ਸੰਸਾਰ ਵਾਲੇ ਪਾਸੇ ਮੋਹ ਪਾ ਕੇ ਸੰਸਾਰ ਨਾਲ ਜਿਹੜਾ ਬੈਠਾ ਹੈ, ਜਿਵੇਂ ਪਹਿਲਾਂ ਹੀ ਆਰੰਭ ਵਿੱਚ ਜ਼ਿਕਰ ਕੀਤਾ ਕਿ ਮਨ ਮੁਖ ਦੀ ਤ੍ਰਿਸ਼ਨਾ ਤੇ ਤ੍ਰਿਸ਼ਨਾ ਦੀ ਭੁੱਖ ਕਦੇ ਨਹੀਂ ਮਿਟਦੀ। ਉਹ ਭਾਵੇਂ ਗੱਭਰੂ ਹੋਵੇ ਤੇ ਭਾਵੇਂ ਬਿਰਧ ਹੋਵੇ। ਇਸ ਲਈ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਮਨ ਮੁਖ ਨਾਮ ਨ ਚੇਤਨੀ। ਉਹ ਕਦੇ ਨਾਮ ਨੂੰ ਚੇਤੇ ਨਹੀਂ ਕਰਦਾ, ਕਦੇ ਪਰਮੇਸ਼ਵਰ ਦੇ ਨਾਮ ਦਾ ਅਭਿਆਸ ਨਹੀਂ ਕਰਦਾ। ਤੇ ਨਹੀਂ ਕਰਦਾ, ਬਿਨ ਨਾਮੈ ਦੁਖ ਰੋਏ। ਨਾਮ ਤੋਂ ਬਿਨਾ ਦੁਖੀ ਵੀ ਹੈ, ਤੇ ਜਿਹੜਾ ਦੁਖੀ ਵੀ ਹੈ ਉਹ ਰੋ ਵੀ ਰਿਹਾ ਹੈ। ਅਸੀਂ ਬਾਹਰੋਂ ਸਭ ਕੁਝ ਪ੍ਰਾਪਤ ਕਰ ਲਿਆ, ਕੀ ਨਹੀਂ ਹੈ? ਧਨ, ਪਦਾਰਥ, ਰੋਟੀ, ਕੱਪੜਾ, ਮੁਖ, ਸਭ ਕੁਝ ਸਾਡੇ ਕੋਲ ਹੈ, ਪਰ ਬੰਦਾ ਫਿਰ ਵੀ ਦੁਖੀ ਹੈ, ਫਿਰ ਵੀ ਬੰਦਾ ਰੋਂਦਾ ਹੈ। ਤੇ ਘਰ ਬੈਠਾ ਬੰਦਾ ਰੋਂਦਾ ਹੋਇਆ ਦੁਖੀ ਹੋ ਕੇ ਕਹਿੰਦਾ ਮੈਂ ਕੀ ਕੁਝ ਨਹੀਂ ਪ੍ਰਾਪਤ ਕੀਤਾ, ਸਭ ਕੁਝ, ਕਿਸੇ ਪ੍ਰਕਾਰ ਦੀ ਕਮੀ ਨਹੀਂ ਹੈ ਮੇਰੇ ਜੀਵਨ ਵਿੱਚ ਬਹਿਰੂਨੀ ਤਲ ਤੇ, ਪਰ ਫਿਰ ਵੀ ਮਨ ਦੁਖੀ ਹੈ, ਫਿਰ ਵੀ ਰੋਂਦਾ ਹੈ ਇਨਸਾਨ। ਇਹਦਾ ਮਤਲਬ ਇਹਨਾਂ ਧਨ ਪਦਾਰਥਾਂ ਵਿੱਚੋਂ ਮਨ ਦਾ ਸੁੱਖ ਨਹੀਂ ਸੀ ਮਿਲਣਾ। ਅੰਦਰ ਦੇ ਜਿਹੜੇ ਸਾਡੇ ਦੁੱਖ ਦੇ ਰੋਣੇ ਨੇ ਉਹ ਨਹੀਂ ਸੀ ਮੁੱਕਣੇ, ਉਹ ਮੁੱਕਣੇ ਸੀ ਕੇਵਲ ਨਾਮ ਦੇ ਅਭਿਆਸ ਕਰਕੇ। ਕਿਉਂਕਿ ਨਾਮ, ਹੁਣ ਨਾਮ ਕਿਹੜਾ ਸੀ? ਜਿਹੜਾ ਸੱਚਾ ਨਾਮ ਸਾਨੂੰ ਗੁਰਬਾਣੀ ਵਿੱਚੋਂ ਦਿੱਤਾ, ਉਹ ਕਾਹਦੇ ਲਈ ਦਿੱਤਾ ਸੀ? ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ। ਉਹ ਤੇਰੇ ਦੁੱਖ ਨੂੰ ਭੰਨਣ ਵਾਸਤੇ ਹੀ ਤਾਂ ਗੁਰਬਾਣੀ ਤੈਨੂੰ ਦਿੱਤੀ ਹੈ। ਤੇਰੇ ਅੰਦਰ ਦੇ ਮਨ ਦੇ ਸਾਰੇ ਰੋਣੇ ਮੁੱਕ ਜਾਣ, ਇਸੇ ਲਈ ਤੈਨੂੰ ਗੁਰਬਾਣੀ ਦਿੱਤੀ ਹੈ। ਹੁਣ ਅਸੀਂ ਆਪਣੇ ਘਰ ਵਿੱਚ ਸੁੱਖ ਪਾਉਣਾ ਚਾਹੁੰਦੇ ਹਾਂ, ਭਾਵੇਂ ਆ ਸਰੀਰ ਰੂਪੀ ਘਰ ਤੇ ਭਾਵੇਂ ਜਿਸ ਘਰ 'ਚ ਆਪਾਂ ਰਹਿੰਦੇ ਹਾਂ ਉਹ ਪਾਉਣਾ ਚਾਹੁੰਦੇ ਹਾਂ ਬਾਹਰ ਦੇ ਉਪਾਅ ਕਰਕੇ। ਮਹਾਰਾਜ ਕਹਿੰਦੇ ਜਿੰਨੇ ਮਰਜ਼ੀ ਕਰ ਲੈ, ਨਾਮ ਤੋਂ ਬਿਨਾ ਸੁੱਖ ਨਹੀਂ ਮਿਲਣਾ। ਬੰਦਗੀ ਤੋਂ ਬਿਨਾ ਤੈਨੂੰ ਸੁੱਖ ਦੀ ਪ੍ਰਾਪਤੀ ਨਹੀਂ ਹੋਣੀ, ਤੇਰੇ ਦੁੱਖੜੇ ਕੱਟੇ ਨਹੀਂ ਜਾਣੇ। ਇਹ ਨਾਮ ਕੀ ਸੀ? ਦੁੱਖ ਭੰਜਨ ਤੇਰਾ ਨਾਮ, ਦੁੱਖ ਭੰਜਨ ਤੇਰਾ ਨਾਮ। ਇਹ ਨਾਮ ਸਾਡੇ ਅੰਦਰ ਦੇ ਮਨ ਦੇ ਦੁੱਖ ਨੂੰ ਭੰਨਣ ਵਾਲਾ ਸੀ। ਤੇ ਜਦੋਂ ਸਾਡੇ ਦੁੱਖ ਅੰਦਰ ਨਾਸ਼ ਹੁੰਦੇ ਤੇ ਆਪਣੇ ਆਪ ਹੀ ਰੋਣੇ ਮੁੱਕ ਜਾਣੇ ਸੀ। ਇਸ ਲਈ ਕਹਿ ਰਹੇ ਨੇ ਮਨਮੁਖ ਕਦੇ ਵੀ ਪਰਮਾਤਮਾ ਦਾ ਨਾਮ ਨਹੀਂ ਚੇਤਵਦਾ, ਨਾ ਹੀ ਉਹਨੂੰ ਚੇਤੇ ਕਰਦਾ ਹੈ, ਸਿਮਰਦਾ ਹੈ, ਜਿਹਦੇ ਕਰਕੇ ਬਿਨ ਨਾਮੈ ਦੁੱਖ ਰੋਏ। ਇਹ ਨਾਮ ਤੋਂ ਬਿਨਾ, ਨਾਮ ਦੇ ਆਸਰੇ ਤੋਂ ਬਿਨਾ ਇਹ ਦੁਖੀ ਵੀ ਹੁੰਦਾ ਰਹਿੰਦਾ ਹੈ ਔਰ ਹਰ ਵੇਲੇ ਰੋਂਦਾ ਰਹਿੰਦਾ ਹੈ। ਹਰ ਵੇਲੇ ਅੰਦਰ ਦੀਆਂ ਪਰੇਸ਼ਾਨੀਆਂ, ਚਿੰਤਾਵਾਂ ਕਦੇ ਵੀ ਇਹਦੇ ਅੰਦਰੋਂ ਦੂਰ ਨਹੀਂ ਹੁੰਦੀਆਂ। ਆਤਮਾ ਆਰਾਮ ਨਾ ਪੂਜਨੀ, ਦੂਜੇ ਕਿਉ ਸੁਖ ਹੋਏ। ਆਤਮਾ ਰਾਮ, ਜੋ ਸਾਡਾ ਆਤਮਿਕ ਮੰਡਲ ਹੈ, ਅੰਦਰ ਆਤਮਿਕ ਜੀਵ ਬੈਠਾ ਹੈ, ਉਹਦਾ ਜਿਹੜਾ ਰਾਮ ਹੈ, ਉਹ ਜਿਹੜਾ ਰਾਮ ਕੌਣ ਹੈ? ਜਿਹਨੂੰ ਆਪਾਂ ਖਸਮ ਵੀ ਕਹਿੰਦੇ ਆ, ਮਾਲਕ ਕਹਿ ਲਓ। ਕਹਿੰਦੇ ਉਹ ਜਿਹੜਾ ਰਮਿਆ ਹੋਇਆ ਰਾਮ ਹੈ ਨਾ, ਜਿਹੜੀ ਇਸ ਆਤਮਾ ਦਾ ਰਾਮ ਹੈ,
ਇੱਕ ਦਿਨ ਜ਼ਿਕਰ ਕੀਤਾ ਸੀ, ਅਸੀਂ ਤਾਂ ਜਦੋਂ ਸੰਸਕਾਰ ਹੁੰਦਾ ਉੱਥੇ ਆਤਮਾ ਰਾਮ ਲੱਭਣ ਲੱਗ ਜਾਂਦੇ ਆ। ਜਿੱਥੇ ਚਿਖਾ ਰੱਖ ਤੇ ਸੰਸਕਾਰ ਹੋਇਆ, ਅਗਨ ਭੇਟ ਸ਼ਮਸ਼ਾਨ ਭੂਮੀ 'ਚ, ਅਸੀਂ ਜਦੋਂ ਉਹ ਅਸਥੀਆਂ ਜਿਹੜੀਆਂ ਨੇ ਉਹਨੂੰ ਇਕੱਠਾ ਕਰਦੇ ਆ, ਉੱਥੇ ਵੀ ਕਈ ਕਹਿੰਦੇ ਜੀ ਲੱਭੋ ਕਿਤੇ ਆਤਮਾ ਰਾਮ ਪੂਰਾ ਹੀ ਮਿਲ ਜਾਵੇ। ਜਿਹਨੇ ਸਾਰੀ ਜ਼ਿੰਦਗੀ ਜਿਉਂਦਿਆਂ ਆਤਮਾ ਰਾਮ ਨੂੰ ਨਹੀਂ ਪਛਾਣਿਆ ਤੇ ਅਸੀਂ ਮਰਨ ਤੋਂ ਬਾਅਦ ਉਹਦੇ ਸਰੀਰ ਦੀਆਂ ਅਸਥੀਆਂ 'ਚੋਂ ਆਤਮਾ ਰਾਮ ਲੱਭਣਾ ਚਾਹੁੰਦੇ ਆ। ਤੇ ਚਲੋ ਜੇ ਕੋਈ ਕਿਸੇ ਨੂੰ ਹੋਏਗਾ ਵੀ ਹਾਂ ਇਹ ਹੈ ਆਤਮਾ ਰਾਮ, ਤੇ ਜੇ ਉਹ ਦੇਖ ਵੀ ਲਿਆ ਤੇ ਕਿ ਜ਼ਿੰਦਗੀ ਬਦਲ ਜਾਏਗੀ। ਇੱਕ ਸੋਚ ਹੈ ਕਿ ਅਸੀਂ ਸਾਡੇ ਅੰਦਰ ਦੇ ਜਿਹੜਾ ਸਾਨੂੰ ਅੰਦਰ ਪਰਮੇਸ਼ਵਰ ਦੀ ਪ੍ਰਾਪਤੀ ਉਹਦੇ ਨਾਲ ਹੋ ਜਾਏਗੀ। ਆ ਗੁਰਬਾਣੀ ਰੂਪੀ ਆਤਮਾ ਰਾਮ ਨੂੰ ਵੇਖੋ, ਜਦੋਂ ਇਹਨੂੰ ਵੇਖੋਗੇ ਤੁਹਾਨੂੰ ਅੰਦਰ ਦਾ ਆਤਮਾ ਰਾਮ ਦਿਸ ਪਏਗਾ। ਆ ਹੈ ਜਿਹਨੂੰ ਅਸੀਂ ਗੁਰਬਾਣੀ ਰਾਹੀਂ ਵੇਖਣਾ ਹੈ, ਕਿਉਂਕਿ ਗੁਰਬਾਣੀ ਰਾਹੀਂ ਉਹਦੇ ਦੀਦਾਰ ਹੋਣੇ ਨੇ। ਪਰ ਮਨਮੁਖ ਨੇ ਕਦੀ ਗੁਰਮੁਖ ਬਣਨ ਦਾ ਯਤਨ ਹੀ ਨਹੀਂ ਕੀਤਾ। ਮਨ ਕਦੀ ਗੁਰੂ ਦੇ ਗਿਆਨ ਵਾਲੇ ਪਾਸੇ ਆਇਆ ਹੀ ਨਹੀਂ, ਉਹ ਤੇ ਅਗਿਆਨਤਾ ਦੇ ਹਨੇਰੇ 'ਚ ਹੀ ਭਟਕਦਾ ਰਿਹਾ, ਜਿਹਦੇ ਨਾਲ ਆਤਮਾ ਰਾਮ ਨਾ ਪੂਜਨੀ। ਪੂਜਨੀ ਦੇ ਦੋ ਅਰਥ ਕਰ ਸਕਦੇ ਹਾਂ ਆਪਾਂ। ਇੱਕ ਤਾਂ ਪੂਜਣਾ ਭਾਵ ਉਹਨੂੰ ਚੇਤੇ ਕਰਨਾ, ਇੱਕ ਪੂਜਨੀ ਦਾ ਹੁੰਦਾ ਜਿਵੇਂ ਇੱਥੋਂ ਚੱਲ ਕੇ ਦੂਜੀ ਥਾਂ ਤੇ ਪੁੱਜਣਾ। ਜਿਹੜਾ ਮਨ ਪਹਿਲਾਂ ਹੀ ਜ਼ਿਕਰ ਕੀਤਾ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਹੁਣ ਇਹਦਾ ਮੂਲ ਕੀ ਸੀ? ਆਤਮਾ। ਤੇ ਆਤਮਾ ਕਿਹਦੇ ਤੋਂ? ਜੀਵ ਵਿਛੜਿਆ ਰਾਮ ਤੋਂ, ਰਮੇ ਹੋਏ ਪਰਮੇਸ਼ਵਰ ਤੋਂ। ਹੁਣ ਮਨ ਦੀ ਗੱਲ ਚੱਲ ਰਹੀ ਹੈ, ਕਹਿੰਦੇ ਮਨਮੁਖ ਜਿਹੜਾ ਹੈ ਇਹ ਤੇ ਹਜੇ ਆਪਣੇ ਮੂਲ ਆਤਮਾ ਤੱਕ ਹੀ ਨਹੀਂ ਪੁੱਜਿਆ। ਜਿਹੜਾ ਹਜੇ ਆਪਣੇ ਇੱਕ ਪੜਾਅ ਸੀ ਜਿੱਥੇ ਇਹਨੇ ਆ ਕੇ ਰੁਕਣਾ ਸੀ, ਫਿਰ ਉਹਨੇ ਨਾਲ ਅੱਗੇ ਚੱਲਣਾ ਸੀ। ਹਜੇ ਤੱਕ ਤੇ ਪਹਿਲਾਂ ਹੀ ਇਹਦੇ ਪੜਾਅ ਪਾਰ ਨਹੀਂ ਕੀਤਾ, ਭਾਵ ਮਨ ਹਜੇ ਸਰੀਰ ਦੇ ਮੋਹ ਵਿੱਚੋਂ ਹੀ ਨਹੀਂ ਨਿਕਲਿਆ। ਮਨ ਹਜੇ ਸੰਸਾਰ ਦੇ ਮੋਹ ਵਿੱਚੋਂ ਹੀ ਨਹੀਂ ਨਿਕਲਿਆ। ਇਸ ਮਨ ਨੇ ਆਤਮਕ ਰੂਪੀ ਜੀਵ ਤੱਕ ਪਹੁੰਚਣਾ ਸੀ, ਪਰ ਇਹਨੇ ਤੇ ਆਤਮਕ ਜੀਵ ਤੱਕ ਨਹੀਂ ਪਹੁੰਚਿਆ। ਇਹ ਰਾਮ ਤੱਕ ਕਿੱਥੇ ਪਹੁੰਚ ਜਾਏਗਾ? ਕਿਉਂ ਨਹੀਂ ਪਹੁੰਚਿਆ? ਕਿਉਂਕਿ ਰੁਕਾਵਟ ਆ ਗਈ ਨਾ। ਇਹਨੇ ਸੰਸਾਰ ਨਾਲ, ਮਾਇਆ ਨਾਲ, ਭਾਵ ਸਰੀਰ ਨਾਲ ਮੋਹ ਪਾ ਲਿਆ। ਹੁਣ ਰੁਕਾਵਟ ਕਾਦੀ ਆ ਗਈ? ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ। ਇਹ ਕਹਿੰਦੇ ਹੁਣ ਤੂੰ ਚੱਲ, ਕਿਵੇਂ ਚੱਲ ਸਕਦਾ ਹੈ? ਅਸੀਂ ਤੈਨੂੰ ਚੱਲਣ ਨਹੀਂ ਦੇਣਾ। ਜਿਹੜਾ ਮਨਮੁਖਾਂ ਦੀ ਸੰਗਤ ਵਿੱਚ ਆ ਕੇ ਬੈਠ ਗਿਆ, ਫਿਰ ਉਹ ਉੱਠਣ ਕੋਈ ਨਹੀਂ ਦੇਣਗੇ। ਉਹ ਕਹਿਣਗੇ ਹੁਣ ਤੂੰ ਜਾ ਕੇ ਦਿਖਾ ਕਿਵੇਂ ਜਾਣਾ ਤੂੰ ਗੁਰੂ ਵਾਲੇ ਪਾਸੇ। ਹੁਣ ਮਨ ਕੀ ਸੀ? ਮਨ ਇਹਨਾਂ ਦੇ ਘੇਰੇ ਵਿੱਚ ਫਸ ਗਿਆ, ਆਪਣਾ ਮੂਲ ਤੱਕ ਪਹੁੰਚ ਨਾ ਸਕਿਆ। ਤੇ ਜਿਹੜਾ ਹਜੇ ਆਤਮਿਕ ਜੀਵ ਤੱਕ ਨਹੀਂ ਪਹੁੰਚਿਆ, ਉਹ ਰਾਮ ਤੱਕ ਕਦੋਂ ਪਹੁੰਚੇਗਾ? ਇਹਨੂੰ ਮਦਦ ਚਾਹੀਦੀ ਹੈ, ਇਹਨੂੰ ਸਹਾਇਤਾ ਚਾਹੀਦੀ ਹੈ। ਕਿਹਦੀ ਚਾਹੀਦੀ ਹੈ? ਜਿਹੜਾ ਅੰਦਰ ਚਿੱਤ ਹੈ। ਉਸ ਚਿੱਤ ਨੇ ਇਹਨੂੰ ਬਾਰ-ਬਾਰ ਚੇਤੇ ਕਰਾਉਣਾ ਹੈ ਕਿ ਮਨ ਤੂੰ ਆਪਣੇ ਮੂਲ ਤੱਕ ਪਹੁੰਚਣਾ ਹੈ, ਸਮਾਂ ਨਾ ਗਵਾ। ਤੂੰ ਪਲ ਪਲ ਕਰਕੇ ਆਪਣਾ ਸਮਾਂ ਗਵਾ ਰਿਹਾ ਹੈ। ਇਹ ਜਿਹੜਾ ਸਮਾਂ ਗਵਾ ਰਿਹਾ ਹੈ ਤੇਰੇ ਹੱਥ ਮੁੜ ਕੇ ਨਹੀਂ ਆਉਣਾ ਹੈ। ਬਹੁਤ ਘੱਟ ਸਮਾਂ ਰਹਿ ਗਿਆ। ਫਿਰ ਉਹ ਚਿੱਤ ਇਹਨੂੰ ਚੇਤੇ ਕਰਾਉਂਦਾ ਹੈ, ਮਨ ਤੂੰ ਉਹਦੇ ਨਾਮ ਦੀ ਬੰਦਗੀ ਕਰ। ਜੇ ਇੱਥੋਂ ਦੀ ਅੱਗੇ ਚੱਲਣਾ ਹੈ ਤਾਂ ਉਹਦੀ ਬੰਦਗੀ ਤੋਂ ਬਿਨਾਂ ਤੂੰ ਚੱਲ ਨਹੀਂ ਸਕਦਾ। ਤੇ ਹੁਣ ਬੰਦਗੀ ਕਿਵੇਂ ਕਰੇ? ਕਹਿਣ ਲੱਗੇ ਮਨ ਮੇਰੇ ਸਤਿਗੁਰ ਕੇ ਭਾਣੇ ਚੱਲ। ਤੂੰ ਮਨ ਮੇਰਿਆ ਸਤਿਗੁਰੂ ਦੇ ਹੁਕਮ ਵਿੱਚ ਚੱਲ। ਨਿਜ ਘਰ ਵਸੈ ਅੰਮ੍ਰਿਤ ਪੀਵੈ ਤਾਂ ਸੁਖ ਲਹੈ ਮਹੱਲ। ਤਾਂ ਤੂੰ ਆਪਣੇ ਘਰ ਵਿੱਚ ਸੁੱਖ ਲੈ ਸਕਦਾ ਹੈ। ਮੇਰੇ ਮਨ ਤੂੰ ਸਤਿਗੁਰੂ ਦੇ ਹੁਕਮ ਵਿੱਚ ਚੱਲੇਗਾ, ਤੇ ਜਦੋਂ ਚੱਲੇਗਾ ਨਿਜ ਘਰ ਵਸੈ, ਆਪਣੇ ਘਰ ਵਿੱਚ ਵਸੇਗਾ। ਅੰਮ੍ਰਿਤ ਪੀਵੈ, ਤੈਨੂੰ ਗੁਰੂ ਨੇ ਅੰਮ੍ਰਿਤ ਦੇਣਾ ਪੀਣ ਲਈ। ਕਿਉਂ ਦੇਣਾ? ਤੇਰੇ ਅੰਦਰ ਪਾਵਰ ਆ ਜਾਏ, ਤੇਰੇ ਅੰਦਰ ਪਾਵਰ ਆ ਜਾਏ। ਤੇ ਇੰਨੀ ਪਾਵਰ ਤੇਰੇ ਅੰਦਰ ਆ ਜਾਏ ਕਿ ਤੂੰ ਪੰਜਾਂ ਨੂੰ ਮਾਰ ਕੇ ਮੁਕਾ ਦੇਵੇਂ, ਤੇਰਾ ਰਸਤਾ ਕਲੀਅਰ ਹੋ ਜਾਏ। ਜਿਵੇਂ ਬਾਹਰੋਂ ਖੰਡੇ ਦੀ ਪੌਲ ਦਿੱਤੀ ਹੈ, ਤੇ ਮਹਾਰਾਜ ਨੇ ਕਿਉਂ ਦਿੱਤੀ ਹੈ? ਕਿਉਂਕਿ ਜਿਹੜੇ ਕਮਜ਼ੋਰ ਸੀ, ਜਿਨ੍ਹਾਂ ਨੂੰ ਲੋਕ ਚਿੜੀਆਂ ਸਮਝਦੇ ਸੀ ਵੀ ਜਦੋਂ ਮਰਜ਼ੀ ਦਬੋਚ ਲਓ ਇਹਨਾਂ ਨੂੰ, ਇਹ ਤਾਂ ਡਰਪੋਕ ਨੇ, ਕਾਇਰ ਨੇ, ਇਹਨਾਂ ਨੇ ਕੀ ਕਰਨਾ ਹੈ? ਜਿਨ੍ਹਾਂ ਨੂੰ ਹੱਥ ਵਿੱਚ ਕਰਦ ਪਕੜਦਿਆਂ ਵੀ ਹੱਥ ਕੰਬਣ ਲੱਗ ਜਾਂਦੇ ਨੇ, ਇਹਨਾਂ ਨੇ ਕੀ ਸ਼ਸਤਰ ਚਲਾਉਣੇ?
ਪਰ ਖੰਡੇ ਦੀ ਪੌਲ ਦੇ ਕੇ ਸਤਿਗੁਰੂ ਨੇ ਖੰਡੇ ਵੀ ਉਹਨਾਂ ਕੋਲੋਂ ਚਲਵਾ ਦਿੱਤੇ। ਸਤਿਗੁਰੂ ਮਹਾਰਾਜ ਨੇ ਉਹਨਾਂ ਦੇ ਹੱਥੋਂ ਸ਼ਸਤਰ ਵੀ ਜਿਹੜੇ ਆ ਬਹਾਦਰੀ ਵਾਲੇ ਗੁਣ ਉਹਨਾਂ ਅੰਦਰ ਭਰ ਕੇ ਆਖਿਆ ਸੀ, ਆ ਜਿੰਨੀਆਂ ਨੂੰ ਤੁਸੀਂ ਕਹਿੰਦੇ ਹੋ ਨਾ ਆ ਗਿੱਦੜ ਨੇ, ਚਿੜੀਆਂ ਨੇ, ਜਿਨ੍ਹਾਂ ਨੂੰ ਤੁਸੀਂ ਕਾਇਰ ਕਹਿੰਦੇ ਹੋ, ਇਹਨਾਂ ਵਿੱਚ ਅੰਮ੍ਰਿਤ ਜਦੋਂ ਗਿਆ ਨਾ ਖੰਡੇ ਦੀ ਪੌਲ ਅੰਦਰ ਗਈ ਤੇ ਸੱਚ ਜਾਣਿਓ ਭੁਲੇਖਾ ਨਾ ਖਾ ਬੈਠਿਓ। ਹੁਣ ਇਹਨਾਂ ਵਿੱਚ ਇੰਨੀ ਪਾਵਰ ਹੈ, 1.25 ਲੱਖ ਸੇ ਏਕ ਲੜਾਊ ਤਬੈ ਗੋਬਿੰਦ ਸਿੰਘ ਨਾਮ ਕਹਾਊ। ਉਹ ਅੰਮ੍ਰਿਤ ਗਿਆ ਅੰਦਰ ਤੇ ਕਾਇਰਤਾ ਬਾਹਰ ਆ ਗਈ। ਇੰਨਾ ਸਤਿਗੁਰੂ ਜੀ ਨੇ ਫੌਲਾਦੀ ਬਣਾ ਦਿੱਤਾ ਕਿ ਕਈਆਂ ਨਾਲ ਕੱਲਾ ਜੂਝਣ ਦੀ ਹਿੰਮਤ ਰੱਖਦਾ ਹੈ। ਇਸੇ ਤਰ੍ਹਾਂ ਸਾਹਿਬ ਕਹਿੰਦੇ ਮਨ ਤੈਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਕਮਜ਼ੋਰ ਕਰ ਦਿੱਤਾ। ਹੁਣ ਕੀ ਕਰ, ਹੁਣ ਤੂੰ ਕੋਸ਼ਿਸ਼ ਕਰ, ਥੋੜੀ ਜੀ ਉੱਠ ਕੇ ਕੋਸ਼ਿਸ਼ ਕਰ, ਗੁਰੂ ਦੇ ਸਤਿਗੁਰੂ ਦੇ ਭਾਣੇ ਉਹਦੇ ਹੁਕਮ ਵਿੱਚ ਤੁਰ, ਫਿਰ ਤੈਨੂੰ ਅੰਮ੍ਰਿਤ ਮਿਲੇਗਾ, ਗੁਰਬਾਣੀ ਦਾ ਅੰਮ੍ਰਿਤ ਪੀਣ ਵਾਸਤੇ ਮਿਲੇਗਾ। ਹੁਣ ਕਿਵੇਂ, ਮੰਨ ਲਓ ਆਪਾਂ ਆਪਣੇ ਆਪਣੇ ਘਰਾਂ 'ਚ ਬੈਠੇ ਹਾਂ, ਆਲਸ ਨੇ ਘੇਰਿਆ ਹੋਇਆ ਪਰ ਜਾਣਾ ਜ਼ਰੂਰ ਹੈ ਗੁਰੂ ਘਰ ਵਿੱਚ, ਤੇ ਮਨ ਨੂੰ ਹਿੰਮਤ ਦੇਾਂਗੇ ਨਾ ਥੋੜੀ, ਕੌਣ ਦੇਗਾ ਹਿੰਮਤ? ਚਿੱਤ ਨਹੀਂ ਦੇਣੀ ਹੈ। ਚਿੱਤ ਚੇਤੇ ਕਰਾਏਗਾ ਵੀ ਮਨਾ ਤੂੰ ਐਵੇਂ ਢੇਰੀ ਨਾ ਢਾ, ਉੱਠ ਕੇ ਗੁਰੂ ਘਰ ਚੱਲ। ਜਦੋਂ ਜਾਏਗਾ ਤੈਨੂੰ ਉੱਥੇ ਪਾਵਰ ਮਿਲੇਗੀ, ਤੈਨੂੰ ਉੱਥੇ ਤਾਕਤ ਮਿਲੇਗੀ ਲੜਨ ਵਾਸਤੇ ਵਿਕਾਰਾਂ ਦੇ ਨਾਲ। ਥੋੜਾ ਜਿਹਾ ਉਦਮ ਕਰ। ਕੋਈ ਬੰਦਾ ਬਿਮਾਰ ਹੋਵੇ ਨਾ ਤੇ ਮੰਜੇ ਤੇ ਪਿਆ ਬਿਮਾਰ, ਉੱਠਿਆ ਨਹੀਂ ਜਾਂਦਾ, ਤੇ ਬੰਦਾ ਕਹਿੰਦਾ ਲੋ ਦਵਾਈ ਖਾ ਲੋ ਤੇ ਕੁਝ ਆਰਾਮ ਆਏਗਾ। ਉਹ ਕਹਿੰਦੇ ਨਹੀਂ ਮੈਂ ਖਾਣੀ ਨਹੀਂ। ਉਹ ਕਹਿੰਦੇ ਜੇ ਨਹੀਂ ਖਾਏਗਾ ਫਿਰ ਆਰਾਮ ਕਿਵੇਂ ਆਏਗਾ? ਥੋੜੀ ਹਿੰਮਤ ਕਰ, ਹਿੰਮਤ ਕਰਕੇ ਉੱਠ, ਤੇ ਉੱਠ ਆ 2 ਗੋਲੀਆਂ ਖਾ ਲੈ, ਇਹਨੇ ਤੇਰੇ ਅੰਦਰ ਦੀ ਬਿਮਾਰੀ ਨੂੰ ਜਾ ਕੇ ਮਾਰਨਾ ਹੈ, ਖਤਮ ਕਰਨਾ ਹੈ। ਉਹ ਫਿਰ ਉਹ ਹਿੰਮਤ ਕਰਕੇ ਉੱਠਦਾ ਹੈ। ਚਲੋ 2 ਗੋਲੀਆਂ ਖਾਧੀਆਂ ਤੇ ਆਰਾਮ ਆਉਣਾ ਸ਼ੁਰੂ ਹੋਇਆ, ਪਰ ਪਹਿਲਾਂ ਸੋਚਦਾ ਸੀ ਵੀ ਨਹੀਂ ਮੰਜੇ ਤੋਂ ਉੱਠਣਾ ਬੜਾ ਔਖਾ ਹੈ। ਇਸੇ ਤਰ੍ਹਾਂ ਗੁਰੂ ਦੁਆਰੇ ਆਉਣਾ ਬੜਾ ਔਖਾ ਹੈ, ਪਰ ਜਦੋਂ ਚਿੱਤ ਇਹਨੂੰ ਸਮਝਾ ਕੇ ਮਨ ਨੂੰ ਲੈ ਆਵੇ ਨਾ, ਤੇ ਫਿਰ ਜਦੋਂ ਆ ਕੇ ਮਨ ਬੈਠੇ ਫਿਰ ਇਹਨੂੰ ਪਾਵਰ ਮਿਲੇਗੀ, ਫਿਰ ਇਹਨੂੰ ਅੰਮ੍ਰਿਤ ਜਲ ਗੁਰਬਾਣੀ ਦਾ ਪ੍ਰਾਪਤ ਹੋਏਗਾ। ਫਿਰ ਕੀ ਹੋਏਗਾ? ਕਹਿੰਦੇ ਫਿਰ ਨਿਜ ਘਰ ਵਸੈ ਅੰਮ੍ਰਿਤ ਪੀਵੈ ਤਾਂ ਸੁਖ ਲਹੈ ਮਹੱਲ। ਤਾਂ ਤੂੰ ਆਪਣੇ ਆਤਮਿਕ ਮੰਡਲ ਵਿੱਚ ਜਾ ਕੇ ਇਹ ਮਹੱਲ ਵਿੱਚ ਸੁਖ ਪਾ ਸਕਦਾ ਹੈ। ਹੁਣ ਬਾਹਰੋਂ ਸਭ ਕੁਝ ਪਾ ਲਿਆ ਪਰ ਸੁਖ ਫਿਰ ਵੀ ਨਹੀਂ ਮਿਲਿਆ। ਬਾਹਰੋਂ ਸਾਰੀ ਪ੍ਰਾਪਤੀ ਧਨ ਪਦਾਰਥਾਂ ਦੀ ਹੋ ਗਈ, ਸਮਝ ਨਹੀਂ ਕਿੰਨੇ ਧਨ ਪਦਾਰਥਾਂ ਦੇ ਢੇਰ ਲੱਗੇ ਨੇ, ਗਿਣਤੀ ਕਰਨੀ ਔਖੀ ਹੈ, ਪਰ ਦੁੱਖ ਫਿਰ ਵੀ ਪੱਲੇ, ਰੋਣਾ ਫਿਰ ਵੀ ਪੱਲੇ ਪਿਆ। ਇਸ ਲਈ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਆਤਮਾ ਰਾਮ ਨ ਪੂਜਨੀ। ਉਹ ਹਜੇ ਤੱਕ ਆਪਣੇ ਆਤਮਿਕ ਮੰਡਲ ਤੱਕ ਨਹੀਂ ਪੁੱਜਿਆ, ਕਿਉਂਕਿ ਗੱਲ ਮਨਮੁਖ ਦੀ ਚੱਲ ਰਹੀ ਹੈ ਨਾ। ਜਿਹੜਾ ਮਨਮੁਖ ਹੈ ਉਹ ਜੇ ਤੇ ਹਜੇ ਆਤਮਿਕ ਤੱਕ ਤਲ ਤੇ ਨਹੀਂ ਪਹੁੰਚਿਆ, ਤੇ ਜਿਹੜਾ ਆਤਮਿਕ ਤਲ ਨਹੀਂ ਪਹੁੰਚਿਆ ਉਹ ਰਾਮ ਤੱਕ ਕਿਵੇਂ ਪਹੁੰਚੇਗਾ? ਰਮੇ ਹੋਏ ਪਰਮੇਸ਼ਵਰ ਤੱਕ ਨਹੀਂ ਪੁੱਜ ਸਕਦਾ। ਉਹਦਾ ਕਾਰਨ ਦੂਜਾ ਕਿਉਂ ਸੁਖ ਹੋਏ? ਦੂਜਾ ਕਿਉਂਕਿ ਉਹ ਹਜੇ ਸੰਸਾਰ ਨਾਲ ਮੋਹ ਪਾ ਕੇ ਬੈਠਾ ਹੈ। ਤੇ ਸੰਸਾਰ ਨਾਲ ਮੋਹ ਕਿਨੇ ਬਣਾਇਆ? ਅੰਦਰ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ, ਇਹਨੇ ਮੋਹ ਪਾ ਦਿੱਤਾ ਸੰਸਾਰ ਦਾ। ਹੁਣ ਉਹਦੀ ਪਕੜ ਛੁੱਟਦੀ ਨਹੀਂ। ਦਮ ਅੰਦਰ ਆਖਰੀ ਦਮ ਨਿਕਲਣ ਨੂੰ ਤਿਆਰ ਹੋ ਗਿਆ, ਸਰੀਰਕ ਚੋਲਾ ਛੁੱਟਣ ਨੂੰ ਤਿਆਰ ਹੋ ਗਿਆ, ਪਰ ਹਜੇ ਵੀ ਮੋਹ ਦੀ ਪਕੜ ਨਹੀਂ ਛੁੱਟਦੀ। ਇਸ ਲਈ ਕਹਿ ਰਹੇ ਦੂਜਾ ਆ ਜਿਹੜਾ ਸੰਸਾਰ ਵਿਕਾਰਾਂ ਵਾਲਾ ਪਾਸਾ ਹੈ, ਇਹਨੂੰ ਛੱਡ ਕੇ ਕਿਉਂ ਸੁਖ ਹੋਏ? ਕਿਵੇਂ ਸੁਖ ਪ੍ਰਾਪਤ ਕਰੇਗਾ? ਸੁਖ ਤਾਂ ਮਿਲਣਾ ਹੈ ਜੋ ਸੁਖ ਕੋ ਚਾਹੈ ਸਦਾ ਸ਼ਰਨ ਰਾਮ ਕੀ ਲੈ। ਅਸੀਂ ਗੁਰੂ ਦੁਆਰੇ ਆਤਮਿਕ ਸੁਖ ਲੈਣ ਲਈ ਆਏ ਹਾਂ, ਜਨਮਾਂ ਜਨਮਾਂ ਦੇ ਦੁੱਖ ਨੂੰ ਮਿਟਾਉਣ ਲਈ ਅਸੀਂ ਆਏ ਹਾਂ, ਪਰ ਮਨਮੁਖ ਨੂੰ ਸੁਖ ਨਹੀਂ ਪ੍ਰਾਪਤ ਹੋਏਗਾ, ਕਿਉਂਕਿ ਉਹ ਨਾਮ ਤੋਂ ਬਿਨਾਂ, ਪਰਮੇਸ਼ਵਰ ਦੇ ਨਾਮ ਅਭਿਆਸ ਸਿਮਰਨ ਬੰਦਗੀ ਤੋਂ ਬਿਨਾਂ ਉਹ ਦੁਖੀ ਹੁੰਦਾ ਰਹਿੰਦਾ ਹੈ, ਤੇ ਹਰ ਵੇਲੇ ਉਹਦੇ ਮਨ ਕਰਕੇ ਰੋਂਦਾ ਹੀ ਰਹਿੰਦਾ ਹੈ। ਹਉਮੈ ਅੰਤਰ ਮੈਲ ਹੈ, ਸ਼ਬਦ ਨਾ ਕੱਢਹਿ ਤੋਏ। ਆ ਜਿਹੜੇ ਅੰਦਰ ਹਉਮੈ ਹੰਕਾਰ, ਇਹਦੀ ਜਿਹੜੀ ਮੈਲ ਅੰਦਰ ਇਕੱਠੀ ਹੋਈ ਪਈ ਹੈ, ਇਹ ਕਿੱਥੇ ਝੁਕਣ ਦਿੰਦੀ ਹੈ? ਨਿਮਰਤਾ ਵਾਲਾ ਗੁਣ ਕਿੱਥੇ ਅੰਦਰ ਪੈਦਾ ਭਰਨ ਦਿੰਦੀ ਹੈ?
ਇਹ ਹੰਕਾਰ ਨਾਲ ਆਕੜਿਆ ਹੋਇਆ ਕਿੱਥੇ ਝੁਕਦਾ ਹੈ। ਤੇ ਜਿਹੜੀ ਸੇਵਾ ਆਪਾਂ ਕਰਦੇ ਆ ਉਹ ਜਿੰਨੇ ਵੀ ਪ੍ਰਕਾਰ ਦੀ ਸੇਵਾ ਹੁੰਦੀ ਆ ਹਮੇਸ਼ਾ ਝੁਕ ਕੇ ਹੁੰਦੀ ਹੈ, ਆਕੜ ਕੇ ਨਹੀਂ ਹੁੰਦੀ। ਤੇ ਜਿਹੜਾ ਅੰਦਰ ਹਉਮੈ ਹੰਕਾਰ ਹੈ, ਇਹਦੀ ਜਿਹੜੀ ਮੈਲ ਹੈ, ਇਹ ਸਾਨੂੰ ਅੰਦਰੋਂ ਝੁਕਣ ਕੋਈ ਨਹੀਂ ਦਿੰਦੀ। ਇਸ ਲਈ ਕਹਿ ਰਹੇ ਨੇ ਕਿ ਜਿਹੜੇ ਅੰਦਰ ਹਉਮੈ ਦੀ ਮੈਲ ਭਰੀ ਪਈ ਹੈ ਨਾ, ਉਹ ਸ਼ਬਦ ਦੇ ਦੁਆਰਾ ਨਾ ਉਹਨੂੰ ਕੱਢਣ ਨੂੰ ਤਿਆਰ ਤੇ ਨਾ ਹੀ ਉਹ ਸ਼ਬਦ ਦੇ ਦੁਆਰਾ ਉਹਨੂੰ ਧੋਣ ਵਾਸਤੇ ਤਿਆਰ ਹੈ। ਫਿਰ ਮਨਮੁਖ ਦੇ ਜੀਵਨ ਵਿੱਚ ਸੁੱਖ ਕਿਵੇਂ ਆਏਗਾ, ਇਹਦੇ ਦੁੱਖੜੇ ਕਿਵੇਂ, ਇਹਦੇ ਰੋਣੇ ਕਿਵੇਂ ਮੁੱਕਣਗੇ। ਸ਼ਬਦ ਦੁਆਰਾ ਮੁੱਕਣੇ ਸੀ, ਸ਼ਬਦ ਨਾਲ ਜੁੜਨ ਨੂੰ ਤਿਆਰ ਨਹੀਂ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਮਨਮੁਖ ਅੰਤਰ ਮੈਲ ਹੈ, ਜਾਂ ਮਨਮੁਖ ਅੰਤਰ ਮੈਲ ਨਾ ਉਤਰੈ, ਉਹਦੀ ਮੈਲ ਉਤਰ ਨਹੀਂ ਸਕਦੀ। ਸਤਿਗੁਰੂ ਜੀ ਕਦੋਂ ਤੱਕ? ਕਹਿੰਦੇ ਜਿਚਰ ਗੁਰ ਸ਼ਬਦ ਨਾ ਕਰੇ ਪਿਆਰ। ਜਿਚਰ ਜਦੋਂ ਤੱਕ ਗੁਰੂ ਸਾਹਿਬ ਦੇ ਸ਼ਬਦ ਨਾਲ ਪਿਆਰ ਨਹੀਂ ਨਾ ਪਾਉਂਦਾ ਇਹ ਮਨ, ਉਨਾ ਚਿਰ ਇਹਦੇ ਜੀਵਨ ਦਾ ਦੁੱਖ, ਇਹਦੇ ਜੀਵਨ ਦੇ ਵਿਕਾਰਾਂ ਦੀ ਮੈਲ ਉਤਰ ਹੀ ਨਹੀਂ ਸਕਦੀ। ਸਤਿਗੁਰੂ ਪਾਤਸ਼ਾਹ ਕਹਿੰਦੇ ਹਉਮੈ ਅੰਤਰ ਮੈਲ ਹੈ। ਕਿਹਦੇ ਅੰਦਰ? ਮਨ ਦੇ ਅੰਦਰ। ਮਨ ਦੇ ਅੰਦਰ ਹਉਮੈ ਦੀ ਮੈਲ ਭਰੀ ਪਈ ਹੈ। ਸ਼ਬਦ ਨਾ ਕੱਢ ਹੈ, ਸ਼ਬਦ ਦੇ ਦੱਦੇ ਨੂੰ ਸਿਹਾਰੀ ਸ਼ਬਦ ਦੁਆਰਾ, ਇਹ ਸ਼ਬਦ ਦੇ ਦੁਆਰਾ ਆਪਣੇ ਅੰਦਰ ਹਉਮੈ ਦੀ ਮੈਲ ਨੂੰ ਕੱਢਦਾ ਹੀ ਨਹੀਂ ਤੇ ਨਾ ਧੋਏ ਤੇ ਨਾ ਹੀ ਇਹਨੂੰ ਧੋਣ ਵਾਸਤੇ ਤਿਆਰ ਹੈ। ਜਾਤੇ ਹੋਵੇ ਨਾ ਵੀ ਅੰਦਰੋਂ ਧੋ ਦੇਵੇ, ਇਹ ਮੈਲ ਜਿਹੜੀ ਹੈ ਨਿਕਲ ਜਾਏ, ਕੱਢਣ ਵਾਸਤੇ ਤਿਆਰ ਹੀ, ਕਿਉਂਕਿ ਸ਼ਬਦ ਨਾਲ ਹੀ ਜੁੜਨ ਵਾਸਤੇ ਤਿਆਰ ਨਹੀਂ। ਅਸੀਂ ਗੁਰਬਾਣੀ ਨੂੰ ਵੀ ਸਿਰਫ ਤਨ ਤੱਕ ਹੀ ਸੀਮਤ ਰੱਖਿਆ, ਮਨ ਤੱਕ ਤੇ ਗੁਰਬਾਣੀ ਨੂੰ ਜਾਣ ਹੀ ਨਹੀਂ ਦਿੱਤਾ। ਔਰ ਸਾਡਾ ਤੇ ਇਹੀ ਹੈ ਨਾ, ਬਸ ਦਿਮਾਗ ਦੇ ਵਿੱਚ ਗੁਰਬਾਣੀ, ਕੋਈ ਬਾਹਰੋਂ ਦੁੱਖ ਆ ਗਿਆ ਤੇ ਗੁਰਬਾਣੀ ਦਾ ਆਸਰਾ, ਕੋਈ ਬਾਹਰੋਂ ਸੁੱਖ ਆ ਗਿਆ, ਕੋਈ ਜੰਮ ਗਿਆ ਤੇ ਕੋਈ ਮਰ ਗਿਆ, ਬਸ ਉਦੋਂ ਹੀ ਗੁਰਬਾਣੀ ਦਾ ਆਸਰਾ ਲੈਣਾ ਹੈ। ਸਿਰਫ ਬਾਹਰੂਨੀ ਤਲ ਉੱਤੇ ਹੀ ਗੁਰਬਾਣੀ ਦਾ ਆਸਰਾ ਲੈਣ ਨੂੰ ਨਹੀਂ ਸੀ ਇਹ ਬਾਣੀ ਦਿੱਤੀ। ਗੁਰਬਾਣੀ ਦਿੱਤੀ ਸੀ ਅੰਦਰ ਮਨ ਦੇ ਜਨਮਾਂ ਜਨਮਾਂ ਦੀ ਮਲ ਨੂੰ ਧੋਣ ਵਾਸਤੇ ਦਿੱਤੀ ਹੈ। ਇਹ ਸ਼ਬਦ ਗੁਰਬਾਣੀ ਦਾ ਸਾਨੂੰ ਅੰਦਰੋਂ ਮੁਖ ਉਜਲ ਕਰਨ ਵਾਸਤੇ ਦਿੱਤਾ ਹੈ। ਜਿਹੜੀ ਜਨਮਾਂ ਜਨਮਾਂ ਦੀ ਮਲ ਲੱਗੀ ਪਈ ਹੈ ਉਹਨੂੰ ਧੋਤਾ ਜਾ ਸਕੇ, ਪਰ ਮਨਮੁਖ ਤਿਆਰ ਹੀ ਨਹੀਂ ਹੁੰਦਾ। ਮਨਮੁਖ ਜਿਹੜਾ ਉਹ ਸ਼ਬਦ ਨਾਲ ਜੁੜ ਕੇ ਨਾ ਆਪਣੇ ਅੰਦਰ ਦੀ ਮਲ ਨੂੰ ਕੱਢਦਾ ਤੇ ਨਾ ਹੀ ਉਹਨੂੰ ਧੋਂਦਾ ਹੈ। ਨਾਨਕ ਬਿਨ ਨਾਵੇ ਮੈਲਿਆ, ਮੋਏ ਜਨਮ ਪਦਾਰਥ ਖੋਏ। ਗੁਰੂ ਅਮਰਦਾਸ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ ਕਿ ਜੇ ਮਨਮੁਖ ਸ਼ਬਦ ਨਾਲ ਨਹੀਂ ਜੁੜਦਾ, ਆਪਣੇ ਮਨ ਦੀ ਮਲ ਨੂੰ ਨਹੀਂ ਧੋਂਦਾ, ਅੰਦਰੋਂ ਨਹੀਂ ਕੱਢਦਾ ਉਹਨੂੰ, ਤੇ ਨਾਮ ਤੋਂ ਬਿਨਾ ਫਿਰ ਉਹ ਮੈਲੇ ਦਾ ਮੈਲਾ ਹੀ ਰਹਿ ਜਾਏਗਾ। ਹੁਣ ਕੱਪੜਾ ਮੈਲਾ ਹੈ, ਜੇ ਆਪਾਂ ਉਹਨੂੰ ਸਾਬਣ ਦੇ ਨਾਲ ਨਹੀਂ ਧੋਵਾਂਗੇ ਤੇ ਉਹ ਮੈਲਾ ਹੀ ਰਹਿ ਜਾਏਗਾ, ਉਹ ਪਿਆ ਪਿਆ ਤੇ ਸਾਫ਼ ਨਹੀਂ ਨਾ ਹੋਣਾ। ਕਈਆਂ ਨੂੰ ਕਹੀਏ ਕਿ ਤੁਸੀਂ ਗੁਰਬਾਣੀ ਪੜ੍ਹਿਆ ਕਰੋ, ਅਭਿਆਸ ਕਰਿਆ ਕਰੋ, ਗੁਰੂ ਦੁਆਰੇ ਆਇਆ ਕਰੋ, ਬਸ ਇੱਕੋ ਹੀ ਜਵਾਬ ਹੁੰਦਾ ਜੀ ਸਾਡੇ ਭਾਗ ਕਿੱਥੇ। ਤੇ ਫਿਰ ਭਾਗ ਹੋਣੇ ਕਦੋਂ ਨੇ? ਅਬ ਨਾ ਭਜਸ ਭਜਸ ਕਬ ਭਾਈ। ਜੇ ਹੁਣ ਤੂੰ ਭਜਨ ਬੰਦਗੀ ਨਹੀਂ ਕਰੇਗਾ ਫਿਰ ਕਦੋਂ ਕਰੇਗਾ? ਜਦੋਂ ਪ੍ਰਾਣ ਨਿਕਲ ਗਿਆ, ਜਦੋਂ ਜਮ ਭਾਵ ਉਹ ਮੌਤ ਦਾ ਸਮਾਂ ਨੇੜੇ ਆ ਗਿਆ, ਉਦੋਂ ਤੇਰੇ ਕੋਲੋਂ ਭਜਨ ਬੰਦਗੀ ਹੋਣੀ ਕੋਈ ਨਹੀਂ। ਅੱਜ ਸਮਾਂ ਹੈ, ਐਵੇਂ ਤੂੰ ਬਹਾਨਾ ਨਾ ਬਣਾ ਕਿ ਸਾਡੇ ਭਾਗ ਕਿੱਥੇ ਜੀ। ਭਾਗ ਬਣਾਉਣ ਲਈ ਤਾਂ ਗੁਰੂ ਦੁਆਰੇ ਆਉਣਾ। ਜੇ ਅਸੀਂ ਹੁਣ ਕੱਪੜਾ ਇੱਕ ਘਰਾਂ 'ਚ ਆਪਾਂ ਗੱਲ ਕਰੀਏ ਵੀ ਘਰ 'ਚ ਗੰਦਗੀ ਹੈ, ਕੂੜਾ ਕਰਕਟ ਖਿਲ ਰਿਹਾ ਪਿਆ, ਜੇ ਤੁਸੀਂ ਉੱਥੇ ਬੋਕਰ ਝਾੜੂ ਮਾਰੋਗੇ ਤਾਂ ਹੀ ਸਫਾਈ ਹੋਏਗੀ, ਆਪਣੇ ਆਪ ਤੇ ਨਹੀਂ ਹੋਣ ਲੱਗੀ। ਕੱਪੜਾ ਮੈਲਾ ਪਿਆ ਰਵੇ 10 ਦਿਨ 20 ਦਿਨ ਮਹੀਨਾ ਸਾਲ ਪਿਆ ਰਵੇ, ਆਪਣੇ ਆਪ ਤੇ ਨਹੀਂ ਨਾ ਸਾਫ਼ ਹੋਣਾ, ਉਹਨੂੰ ਚੁੱਕ ਕੇ ਧੋਣਾ ਪਏਗਾ ਤਾਂ ਜਾ ਕੇ ਉਹਦੀ ਮੈਲ ਉਤਰਨੀ ਹੈ। ਜੇ ਬਾਹਰ ਦੀਆਂ ਗੱਲਾਂ ਸਾਨੂੰ ਸਮਝ ਵਿੱਚ ਆ ਗਈਆਂ ਕਿ ਬੱਚੇ ਦਾ ਸਕੂਲ ਜਾਣਾ ਜ਼ਰੂਰੀ ਹੈ, ਪੜ੍ਹਾਈ ਕਰਨੀ ਜ਼ਰੂਰੀ ਹੈ, ਕੋਈ ਬਹੁਤ ਵੱਡੀ ਬਿਮਾਰੀ ਲੱਗ ਗਈ ਹੈ ਤਾਂ ਹਸਪੀਟਲ ਡਾਕਟਰ ਕੋਲ ਜਾ ਕੇ ਇਲਾਜ ਕਰਾਉਣਾ ਜ਼ਰੂਰੀ ਹੈ, ਕੋਈ ਝਗੜਾ ਹੋ ਗਿਆ ਤੇ ਵਕੀਲ
ਜਿਹੜਾ ਉਹ ਵਕਾਲਤ ਜਿਹੜੀ ਕੀਤੀ ਹੋਵੇ ਉਹਦਾ ਆਸਰਾ ਲੈ ਕੇ ਤੇ ਕੋਰਟ ਕਚਹਿਰੀ ਜਾਣਾ ਜ਼ਰੂਰ, ਸਾਰੀਆਂ ਗੱਲਾਂ ਪਤਾ ਨੇ ਕਿ ਜ਼ਰੂਰੀ ਹੈ, ਫਿਰ ਇਹ ਕਿਉਂ ਨਹੀਂ ਪਤਾ ਵੀ ਗੁਰਦੁਆਰੇ ਆਉਣਾ ਵੀ ਜ਼ਰੂਰੀ ਹੈ, ਗੁਰਬਾਣੀ ਪੜ੍ਹਨੀ ਵੀ ਜ਼ਰੂਰੀ ਹੈ। ਇੱਥੇ ਕਹਿ ਦਿੰਦੇ ਹਾਂ ਜੀ ਸਾਡੇ ਭਾਗ ਕਿੱਥੇ, ਤੇ ਜਿਹੜਾ ਕੋਰਟ ਕਚਹਿਰੀਆਂ ਜਾਣਾ ਸੀ ਉਹ ਤੇਰੇ ਭਾਗ ਸੀ ਚੰਗੇ? ਨਹੀਂ, ਉਹ ਤੇਰੀ ਜ਼ਰੂਰਤ ਸੀ, ਉਹ ਤੇਰੀ ਲੋੜ ਸੀ ਕਿ ਮੈਂ ਜਾਣਾ, ਮੇਰੀ ਜ਼ਰੂਰਤ ਹੈ। ਇੱਥੇ ਵੀ ਸਮਝ ਵੀ ਗੁਰਦੁਆਰਾ ਮੇਰੀ ਲੋੜ ਹੈ, ਗੁਰਦੁਆਰਾ ਮੇਰੀ ਜ਼ਰੂਰਤ ਹੈ, ਕਿਉਂਕਿ ਮੈਂ ਗੁਰਦੁਆਰੇ ਜਾਵਾਂਗਾ, ਗੁਰੂ ਦੇ ਸ਼ਬਦ ਨਾਲ ਜੁੜਾਂਗਾ ਤੇ ਮੇਰੇ ਜਨਮਾਂ ਜਨਮਾਂ ਦੀ ਮਲ ਅੰਦਰੋਂ ਧੋਤੀ ਜਾਏਗੀ। ਸਤਿਗੁਰੂ ਮਹਾਰਾਜ ਕਹਿੰਦੇ ਜੇ ਨਹੀਂ ਸਮਝ ਆਈ ਫਿਰ ਹੁਣ ਨੁਕਸਾਨ ਪਤਾ ਕੀ ਹੋਣਾ ਹੈ। ਨਾਨਕ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿ ਰਹੇ ਨੇ, ਬਿਨ ਨਾਮੈ ਮੈਲਿਆ, ਨਾਮ ਤੋਂ ਬਿਨਾ ਫਿਰ ਮੈਲੇ ਦਾ ਮੈਲਾ ਹੀ ਰਹਿ ਜਾਏਗਾ। ਮੂੰਹੇ ਦਾ ਅਰਥ ਹੈ ਤੇਰੀ ਜ਼ਮੀਰ ਵੀ ਮਰ ਜਾਏਗੀ, ਤੂੰ ਇਨਸਾਨੀਅਤ ਕਰਕੇ ਵੀ ਮਰ ਜਾਏਗਾ। ਤੇਰੇ ਅੰਦਰ ਦੀ ਜ਼ਮੀਰ, ਇਨਸਾਨੀਅਤ, ਇਮਾਨਦਾਰੀ, ਸਭ ਕੁਝ ਹਰ ਪੱਖ ਤੋਂ ਤੂੰ ਮੁਇਆ ਜਾਏਗਾ। ਤੇ ਜੇ ਤੇਰੀ ਜ਼ਮੀਰ ਮਰ ਗਈ, ਤੇਰੀ ਇਨਸਾਨੀਅਤ ਮਰ ਗਈ, ਫਿਰ ਕੀ ਹੋਏਗਾ? ਜਨਮ ਪਦਾਰਥ ਖੋਏ। ਆ ਜਿਹੜਾ ਕੀਮਤੀ ਪਦਾਰਥ ਹੈ ਨਾ ਤੈਨੂੰ ਮਿਲਿਆ, ਜਨਮ ਪਦਾਰਥ, ਇਹ ਤੂੰ ਖੋ ਲਏਗਾ, ਆਪਣੇ ਹੱਥੋਂ ਗਵਾ ਲਏਗਾ। ਤੇ ਇੱਕ ਵਾਰੀ ਇਹ ਖੁੰਝ ਗਿਆ, ਦੁਬਾਰਾ ਇਹ ਜਨਮ ਨਹੀਂ ਮਿਲਣਾ। ਜਿੰਨਾ ਮਰਜ਼ੀ ਆਪਾਂ ਕੋਸ਼ਿਸ਼ਾਂ ਕਰ ਲਈਏ। ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੈ ਬਾਰ, ਜਿਉਂ ਬਨ ਫਲ ਪਾਕੈ ਭੋਏ ਗਿਰੈ, ਬਹੁਰ ਨਾ ਲਾਗੈ ਡਾਰ। ਉਦਾਹਰਨਾਂ ਦੇ ਕੇ ਵੀ ਸਮਝਾਇਆ ਤੇ ਮਨ ਫਿਰ ਵੀ ਨਹੀਂ ਸਮਝਦਾ। ਇਹਨੂੰ ਉਦਾਹਰਨ ਦੇ ਕੇ ਸਮਝਾਉਣ ਦੀ ਲੋੜ ਪਈ, ਕਿਉਂਕਿ ਮਨ ਜਿਹੜਾ ਹੈ ਉਹ ਟੇਢਾ ਬਹੁਤ ਹੈ ਨਾ, ਸਿੱਧਾ ਨਹੀਂ ਹੁੰਦਾ ਛੇਤੀ ਕਿਤੇ। ਇਹਨੂੰ ਫਿਰ ਉਦਾਹਰਨ ਦੇ ਕੇ ਸਮਝਾਇਆ, ਦ੍ਰਿਸ਼ਟਾਂਤ ਦੇ ਕੇ ਸਮਝਾਇਆ। ਕਹਿੰਦੇ ਮਨ ਧਿਆਨ ਰੱਖੋ, ਫਲ ਵੱਲ ਹੀ ਦੇਖ ਲੈ। ਜਿਹੜਾ ਡਾਲੀ ਨਾਲੋਂ ਟੁੱਟ ਗਿਆ ਉਹਨੂੰ ਜੋੜਨ ਦੀ ਕੋਸ਼ਿਸ਼ ਕਰੋ, ਨਹੀਂ ਜੁੜਦਾ, ਉਹਨੂੰ ਫਿਰ ਸਫ਼ਰ ਦੁਬਾਰਾ ਬੀਜ ਵਿੱਚ ਤੇ ਮਿੱਟੀ ਵਿੱਚ ਰਲ ਕੇ ਦੁਬਾਰਾ ਸਫ਼ਰ ਸ਼ੁਰੂ ਕਰਨਾ ਪੈਣਾ ਹੈ। ਤੇ ਫਿਰ ਇਹ ਜਿਹੜਾ ਜਨਮ ਪਦਾਰਥ ਇੱਕ ਵਾਰੀ ਸਾਡੇ ਹੱਥੋਂ ਖੁੰਝ ਗਿਆ, ਇਹ ਪਦਾਰਥ ਨਹੀਂ ਮਿਲਣਾ। ਇਸ ਜਨਮ ਪਦਾਰਥ ਵਿੱਚ ਅਸੀਂ ਨਾਮ ਪਦਾਰਥ ਲੈਣ ਆਏ ਸੀ, ਅਸੀਂ ਬਾਹਰ ਦੇ ਪਦਾਰਥਾਂ ਵਿੱਚ ਹੀ ਗੁੰਮ ਹੋ ਗਏ। ਇਸ ਜਨਮ ਪਦਾਰਥ ਦੇ ਵਿੱਚ ਅਸੀਂ ਨਾਮ ਦਾ ਪਦਾਰਥ ਲੈਣ ਵਾਸਤੇ ਆਏ ਸੀ। ਤੇਰਾ ਕੀਆ ਮੀਠਾ ਲੱਗੈ ਹਰ ਨਾਮ ਪਦਾਰਥ, ਨਾਮ ਨੂੰ ਵੀ ਪਦਾਰਥ ਹੀ ਕਿਹਾ। ਹਰ ਨਾਮ ਪਦਾਰਥ ਨਾਨਕ ਮੰਗੈ। ਮਹਾਰਾਜ ਕਹਿੰਦੇ ਤੂੰ ਆਪਣਾ ਜਨਮ ਬਾਹਰ ਦੇ ਪਦਾਰਥਾਂ ਵਿੱਚ ਹੀ ਗਲਤਾਨ ਹੋ ਕੇ, ਉਹਦੇ ਸਵਾਦਾਂ ਵਿੱਚ ਹੀ ਪੈ ਕੇ ਤੂੰ ਆਪਣਾ ਜਨਮ ਜਿਹੜਾ ਉਹ ਗਵਾ ਰਿਹਾ ਹੈ। ਰੈਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ। ਆ ਜਨਮ ਪਦਾਰਥ ਖੋਏ। ਰਾਤ ਇੱਕ ਸੱਜਣ ਜਿਹੜਾ ਉਹ ਮਿਲਿਆ ਆਉਂਦਿਆਂ ਜਦੋਂ ਗੁਰੂ ਘਰ ਦੇ ਵਿੱਚ, ਉਹ ਕਹਿੰਦੇ ਜੀ ਮੈਨੂੰ ਕੋਈ ਮਿਲਿਆ ਸੀ, ਉਹ ਕਹਿੰਦਾ ਗੁਰਬਾਣੀ ਵਿੱਚ ਕਿਤੇ ਨਹੀਂ ਲਿਖਿਆ ਹੋਇਆ ਕਿ ਸ਼ਰਾਬ ਪੀਣੀ ਮਾੜੀ ਹੈ, ਕਿਤੇ ਨਹੀਂ ਲਿਖਿਆ ਵੀ ਆ ਜਿਹੜਾ ਅਪੱਖ, ਜਿਹੜੀ ਚੀਜ਼ ਨਹੀਂ ਖਾਣੀ ਚਾਹੀਦੀ ਨਾ, ਕਿਤੇ ਨਹੀਂ ਲਿਖਿਆ ਹੋਇਆ। ਤੇ ਤਾਂ ਸਾਨੂੰ ਰੱਜ ਕੇ ਖਾ ਪੀ ਲੈਣਾ ਚਾਹੀਦਾ। ਆਖਿਆ ਵੀ ਇਹ ਤੇ ਬਹਾਨੇ ਆ ਉਹਨਾਂ ਦੇ, ਕਿਉਂਕਿ ਜਿਹਨੇ ਖਾਣਾ ਪੀਣਾ ਉਹਨੇ ਤੇ ਬਹਾਨਾ ਕੋਈ ਨਾ ਕੋਈ ਬਣਾਉਣਾ ਹੀ ਬਣਾਉਣਾ, ਉਹਨੇ ਤੇ ਸੱਚੇ ਨੂੰ ਵੀ ਝੂਠਾ ਕਰਕੇ ਰੱਖ ਦੇਣਾ। ਤੇ ਗੁਰਬਾਣੀ ਵਿੱਚ ਤਾਂ ਬਾਰ-ਬਾਰ ਇਹ ਗੱਲਾਂ ਸਮਝਾਈਆਂ ਗਈਆਂ। ਜਿਤ ਪੀਤਾ ਮਤ ਦੂਰ ਹੋਏ, ਕੀ ਅਰਥ ਕੀਤੇ ਇਹਦੇ? ਵੀ ਜਿਹਨੂੰ ਪੀਣ ਨਾਲ ਤੇਰੀ ਮਤ, ਤੇਰੀ ਅਕਲ ਦੂਰ ਹੋ ਜਾਏ। ਜਿਤ ਪੀਤਾ ਮਤ ਦੂਰ ਹੋਏ, ਵਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ, ਖਸਮੋਂ ਧੱਕੇ ਖਾਏ। ਮਦ ਮਦਰਾ ਬੜੀ ਵਾਰ ਸਮਝਾਇਆ ਗਿਆ ਅੰਮ੍ਰਿਤ ਬਾਣੀ ਵਿੱਚ। ਭਾਵੇਂ ਹੰਕਾਰ ਦਾ ਨਸ਼ਾ ਲੈ ਕੇ, ਨਸ਼ਾ ਤੇ ਨਸ਼ਾ ਹੀ ਹੁੰਦਾ ਨਾ, ਭਾਵੇਂ ਉਹ ਕਿਸੇ ਵੀ ਪ੍ਰਕਾਰ ਦਾ ਹੋਵੇ, ਜੋਬਨ ਦਾ ਨਸ਼ਾ ਹੋਵੇ, ਧਨ ਦਾ ਨਸ਼ਾ ਹੋਵੇ, ਹੰਕਾਰ ਦਾ ਨਸ਼ਾ ਹੋਵੇ, ਵਿਦਵਤਾ ਦਾ ਨਸ਼ਾ ਹੋਵੇ, ਗਿਆਨ ਦਾ ਨਸ਼ਾ ਹੋਵੇ। ਇੱਕ ਪ੍ਰਕਾਰ ਦਾ ਨਸ਼ਾ ਥੋੜੀ ਹੈ, ਪਤਾ ਹੀ ਨਹੀਂ ਕਿੰਨੇ ਪ੍ਰਕਾਰ ਦੇ ਨਸ਼ੇ ਨੇ। ਇਹ ਤਾਂ ਸਾਡੇ ਇੱਕ ਬਹਾਨੇ ਹੁੰਦੇ ਨੇ ਵੀ ਸਾਨੂੰ, ਅਸੀਂ ਜਿਹੜੇ ਰਾਹ ਤੁਰੇ ਹਾਂ ਨਾ, ਸਾਨੂੰ ਕੋਈ ਰੋਕੇ ਨਾ ਉਸ ਰਾਹ। ਅਸੀਂ ਗੁਰਬਾਣੀ ਨੂੰ ਵੀ ਬਦਲਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਸਤਿਗੁਰੂ ਜੀ ਸਾਨੂੰ ਵਰਜਦੇ ਨੇ ਕਿ ਅਸੀਂ ਇਸ ਪਾਸੇ ਨੂੰ ਨਹੀਂ ਤੁਰਨਾ ਹੈ। ਅਸੀਂ ਇਹ ਮਨਮਤ ਵਾਲੇ, ਵਿਕਾਰਾਂ ਵਾਲੇ, ਰਸ ਵਾਲੇ ਪਾਸੇ ਨਹੀਂ ਜਾਣਾ। ਖੈਰ
ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਜਿਨੇ ਨਾਮ ਦੇ ਨਾਲ ਜੁੜ ਕੇ ਆਪਣੀ ਮਲ ਨੂੰ ਨਹੀਂ ਸਮੇਂ ਸਿਰ ਧੋਤਾ, ਉਹਦੀ ਇੱਕ ਦਿਨ ਜ਼ਮੀਰ ਵੀ ਮਰ ਜਾਂਦੀ, ਮੂੰਹੇ ਉਹ ਮਰ ਜਾਂਦੇ ਨੇ। ਮਿਰਤਕ ਕਹੀਏ ਨਾਨਕਾ ਜੈ ਪ੍ਰੀਤ ਨਹੀਂ ਭਗਵੰਤ। ਉਹ ਜਿੰਨੇ ਮਰਜੀ ਚਤਰ ਹੋਣ, ਸਿਆਣੇ ਹੋਣ, ਧਨਵੰਤ ਹੋਣ, ਗੁਣੀ ਗਿਆਨੀ ਹੋਣ, ਮਾਰੇ ਕਹਿੰਦੇ ਜ਼ਮੀਰ ਹੀ ਮਰ ਗਈ ਤੇ ਫਿਰ ਗੁਣੀ ਗਿਆਨੀ ਕਾਹਦਾ ਹੈ? ਜਿਹਦੀ ਜ਼ਮੀਰ ਹੀ ਮਰ ਗਈ ਹੈ ਉਹਨੂੰ ਕਾਹਦਾ ਆਪਣੀ ਉੱਚੀ ਜਾਤ ਦਾ ਮਾਣ ਹੈ ਜਾਂ ਧਨ ਪਦਾਰਥਾਂ ਦਾ ਮਾਣ ਹੈ, ਜਦੋਂ ਜ਼ਮੀਰ ਹੀ ਮਰ ਗਈ ਅੰਦਰ ਦੀ। ਤੇ ਜਿਹਨੇ ਆਪਣੇ ਅੰਦਰ ਦੀ ਜ਼ਮੀਰ ਨੂੰ ਮਾਰ ਲਿਆ ਹੈ, ਜਨਮ ਪਦਾਰਥ ਖੋਏ, ਉਹ ਮੂਏ ਹੋਏ, ਉਹ ਮਰੇ ਹੋਏ ਇਨਸਾਨ ਦੁਨੀਆ ਦੀ ਨਜ਼ਰ ਵਿੱਚ ਜਿਉਂਦੇ ਜਾਗਦੇ ਨੇ, ਪਰ ਸਾਹਿਬ ਕਹਿੰਦੇ ਗੁਰਮਤ ਅਨੁਸਾਰ ਉਹ ਮੂਏ ਹੋਏ ਨੇ। ਤੇ ਜਿਹੜੇ ਅੰਦਰੋਂ ਜ਼ਮੀਰ ਆਪਣੀ ਮਾਰ ਚੁੱਕੇ ਨੇ, ਉਹ ਇੱਕ ਦਿਨ ਆਪਣਾ ਜਨਮ ਪਦਾਰਥ ਖੋ ਕੇ ਜਾਂਦੇ ਨੇ। ਮਨਮੁਖ ਚੱਲੇ ਮੂਲ ਗਵਾਏ ਜੀਓ, ਆਪਣਾ ਮੂਲ ਗਵਾ ਕੇ ਜਾਂਦੇ ਨੇ, ਉਹ ਕੋਈ ਖੱਟੀ ਖੱਟ ਕੇ ਨਹੀਂ ਜਾਂਦੇ ਹਨ। ਮਨਮੁਖ ਬੋਲੇ ਅੰਧਲੇ, ਤਿਸ ਮਹਿ ਅਗਣੀ ਕਾ ਵਾਸ। ਸਭ ਕਹਿੰਦੇ ਮਨਮੁਖ ਬੋਲੇ ਵੀ ਹੁੰਦੇ ਨੇ ਤੇ ਅੰਧਲੇ ਵੀ ਹੁੰਦੇ ਨੇ। ਇਹਨਾਂ ਨੂੰ ਨਾ ਸੱਚ ਸੁਣਾਈ ਦਿੰਦਾ ਤੇ ਨਾ ਹੀ ਇਹ ਸੱਚ ਵੇਖ ਸਕਦੇ ਨੇ, ਨਾ ਹੀ ਇਹਨਾਂ ਨੂੰ ਗੁਰੂ ਦੁਆਰਾ ਨਜ਼ਰ ਆਉਂਦਾ ਤੇ ਨਾ ਹੀ ਇਹਨਾਂ ਨੂੰ ਗੁਰਬਾਣੀ ਸੁਣਾਈ ਦਿੰਦੀ ਹੈ। ਇਹ ਲੰਘ ਤਾਂ ਜਾਣਗੇ ਗੁਰੂ ਦੇ ਘਰ ਦੇ ਕੋਲੋਂ, ਇਹਨਾਂ ਨੂੰ ਗੁਰੂ ਦਾ ਦਰ ਨਹੀਂ ਦਿਸੇਗਾ, ਔਰ ਨਾ ਹੀ ਇਹਨਾਂ ਨੂੰ ਗੁਰੂ ਘਰ ਵਿੱਚੋਂ ਆਉਣ ਵਾਲੀ ਸੱਚ ਦੀ ਆਵਾਜ਼ ਇਹਨਾਂ ਨੂੰ ਸੁਣਾਈ ਦੇਗੀ, ਕਿਉਂਕਿ ਜਿਹੜਾ ਹੈ ਹੀ ਅੰਨਾ ਬੋਲਾ। ਧਿਆਨ ਰੱਖਿਓ, ਜਿਹੜੇ ਮਨ ਦੇ ਕਰਕੇ, ਸੁਰਤ ਕਰਕੇ ਅੰਨੇ ਬੋਲੇ ਨੇ, ਜਾਂ ਮਾਇਆ ਧਾਰੀ ਅਤ ਅੰਨਾ ਬੋਲੇ ਦੀ ਗੱਲ ਕੀਤੀ ਹੈ, ਪਰ ਉਹ ਮਨ ਦੇ ਤਲ ਤੇ ਕੀਤੀ ਹੈ, ਤਨ ਦੇ ਤਲ ਤੇ ਨਹੀਂ, ਕਿਉਂਕਿ ਤਨ ਦੇ ਤਲ ਤੇ ਤਾਂ ਕੁਦਰਤੀ ਉਹਨੂੰ ਮਾਰ ਪੈ ਰਹੀ ਹੈ। ਜਿਹੜਾ ਨੇਤਰਹੀਣ ਹੈ ਨਾ, ਮਹਾਰਾਜ ਕਹਿੰਦੇ ਕਦੀ ਉਹਦੇ ਸਾਹਮਣੇ ਉਹਨੂੰ ਅੰਧਾ ਨਾ ਕਿਹਾ ਕਰੋ, ਕਿਉਂਕਿ ਉਹ ਕੁਦਰਤੀ ਨੇਤਰਹੀਣ ਹੈ। ਅੰਧੇ ਤੇ ਉਹਨੂੰ ਕਹੋ ਜਿਹਦੇ ਕੋਲ ਅੱਖਾਂ ਨੇ ਫਿਰ ਵੀ ਜਾ ਕੇ ਖੂਹ ਵਿੱਚ ਡਿੱਗ ਪਿਆ, ਜਿਹਦੇ ਕੋਲ ਅੱਖਾਂ ਹੁੰਦੀਆਂ ਹੋਈਆਂ ਵੀ ਫਿਰ ਵੀ ਠੇਡਾ ਖਾ ਕੇ, ਕਈ ਵਾਰ ਨਾ ਕੋਈ ਬੰਦਾ ਠੇਡਾ ਖਾ ਕੇ ਡਿੱਗ ਜਾਏ ਤੇ ਨਾਲ ਦਾ ਕਹਿੰਦਾ ਅੰਨਾ ਹੋ ਗਿਆ। ਆਮ ਸ਼ਬਦਾਵਲੀ ਆਪਾਂ ਵਰਤਦੇ ਆ ਨਾ, ਮੈਨੂੰ ਮਾਫ ਕਰਨਾ, ਹਾਲਾਂਕਿ ਉਹ ਅੰਨਾ ਨਹੀਂ ਹੈ, ਪਰ ਫਿਰ ਵੀ ਅਸੀਂ ਕਹਿੰਦੇ ਆ ਵੀ ਤੂੰ ਅੰਨਾ ਹੋ ਗਿਆ, ਦੇਖ ਕੇ ਨਹੀਂ ਚੱਲਦਾ। ਕਿਉਂ? ਕਿਉਂਕਿ ਉਹਨੂੰ ਦਿਖਦਾ ਸੀ ਤਾਂ ਵੀ ਜਾ ਕੇ ਉਹ ਠੇਡਾ ਖਾ ਕੇ ਡਿੱਗ ਪਿਆ। ਵਿਕਾਰ ਨੇ, ਮਾੜੀ ਸੰਗਤ ਹੈ, ਮਾੜੀਆਂ ਥਾਵਾਂ ਨੇ, ਜੋ ਕੁਕਰਮ ਉੱਥੇ ਹੁੰਦਾ ਸਭ ਕੁਝ ਦਿਸਦਾ, ਪਰ ਫਿਰ ਜਾ ਕੇ ਅਸੀਂ ਉੱਥੇ ਡਿੱਗਾਂਗੇ ਤੇ ਫਿਰ ਅੰਨਾ ਹੀ ਆ। ਸਭ ਕਹਿੰਦੇ ਜਿਨ੍ਹਾਂ ਦੇ ਨੇਤਰਾਂ ਦੇ ਵਿੱਚ ਦੇਖਣ ਦੀ ਸ਼ਕਤੀ ਨਹੀਂ, ਉਹਨਾਂ ਨੂੰ ਤੁਸੀਂ ਅੰਧਾ ਨਾ ਕਹੋ। ਉਹਨਾਂ ਨੂੰ ਨੇਤਰਹੀਣ ਕਹਿ ਸਕਦੇ ਆ, ਪਰ ਅੰਧਾ ਨਹੀਂ ਕਹਿ ਸਕਦੇ। ਇਸ ਲਈ ਸਤਿਗੁਰੂ ਮਹਾਰਾਜ ਜੀ ਕਹਿੰਦੇ ਜਿਹੜਾ ਮਨਮੁਖ ਹੈ ਉਹ ਮਨ ਕਰਕੇ ਬੋਲਾ ਵੀ ਹੈ ਤੇ ਅੰਧਲਾ ਵੀ ਹੈ, ਕਿਉਂਕਿ ਉਹਨੂੰ ਨਾ ਗੁਰੂ ਦਾ ਸ਼ਬਦ ਸੁਣਾਈ ਦਿੰਦਾ ਹੈ ਤੇ ਨਾ ਹੀ ਉਹਨੂੰ ਗੁਰੂ ਦਾ ਦਰ ਦਿਖਾਈ ਦਿੰਦਾ ਹੈ, ਨਾ ਹੀ ਉਹਨੂੰ ਗੁਰਮੁਖਾਂ ਦੀ ਸੰਗਤ ਦਿਖਾਈ ਦਿੰਦੀ ਹੈ। ਮਨਮੁਖ ਬੋਲੇ ਅੰਧਲੇ ਕਿਹੜੇ? ਤਿਸ ਮੈਂ ਅਗਨੀ ਕਾ ਵਾਸ। ਅਗਨੀ ਕਿਹੜੀ ਹੈ? ਤ੍ਰਿਸ਼ਨਾ ਦੀ, ਕਾਮ ਦੀ, ਕ੍ਰੋਧ ਦੀ। ਕਹਿੰਦੇ ਉਹਦੇ ਅੰਦਰ ਅਗਨੀ ਜਿਹੜੀ ਆ ਤ੍ਰਿਸ਼ਨਾ ਦੀ ਅੱਗ ਉਹਦੇ ਅੰਦਰ ਬਲ ਰਹੀ ਹੁੰਦੀ ਹੈ, ਜਿਸ ਨੇ ਨੁਕਸਾਨ ਕੀ ਕੀਤਾ? ਅੰਨਾ ਤੇ ਬੋਲਾ ਕਰ ਦਿੱਤਾ। ਜਿਵੇਂ ਬਾਹਰ ਦੀ ਅੱਗ ਸਾੜ ਦਿੰਦੀ ਹੈ ਨਾ, ਸਾੜ ਕੇ ਆ ਚਮੜੀ ਬਿਲਕੁਲ ਝੁਲਸ ਜਾਂਦੀ ਹੈ ਜੇ ਕਿਤੇ ਅੱਗ ਦਾ ਸੇਕ ਲੱਗੇ। ਅੱਗ ਦਾ ਕੰਮ ਹੀ ਸਾੜਨਾ ਹੁੰਦਾ ਹੈ। ਕਹਿੰਦੇ ਤ੍ਰਿਸ਼ਨਾ ਦੀ ਅੱਗ ਨੇ ਅੰਦਰ ਇਹਨੂੰ ਇੰਨਾ ਕਮਜ਼ੋਰ ਕਰ ਦਿੱਤਾ ਕਿ ਇਹਦੀ ਸੁਣਨ ਵਾਲੀ, ਬੋਲਣ ਵਾਲੀ ਸ਼ਕਤੀ ਜਿਹੜੀ ਸੀ, ਦੇਖਣ ਵਾਲੀ ਜਿਹੜੀ ਸ਼ਕਤੀ ਸੀ, ਉਹ ਸਾੜ ਕੇ ਰੱਖ ਦਿੱਤੀ। ਹੁਣ ਅੰਨਾ ਵੀ ਹੋ ਗਿਆ ਤੇ ਬੋਲਾ ਵੀ ਹੋ ਗਿਆ। ਕੋਈ ਮਾੜੀ ਗੱਲ, ਕਿਸੇ ਦੀ ਨਿੰਦਾ ਚੁਗਲੀ ਕਰਨੀ ਹੋਵੇ, ਕੰਨ ਸਿੱਧੇ ਹੋ ਜਾਂਦੇ ਨੇ। ਫਿਰ ਤਾਂ ਦੂਰ ਦੀ ਆਵਾਜ਼ ਵੀ ਨੇੜੇ ਸੁਣਾਈ ਦੇਣ ਲੱਗ ਜਾਂਦੀ ਹੈ। ਕੋਈ ਮਾੜਾ ਦ੍ਰਿਸ਼ ਵੇਖਣਾ ਹੋਵੇ ਨਾ ਤੇ ਫਿਰ ਅੱਖਾਂ ਸਾਫ਼ ਹੋ ਜਾਂਦੀਆਂ, ਦਿਖਣ ਲੱਗ ਜਾਂਦਾ ਕਲੀਅਰ, ਤੇ ਜੇ ਕਿਤੇ ਚੰਗੀ ਚੀਜ਼ ਵੇਖਣੀ ਫਿਰ ਧੁੰਦਲਾ ਦਿਖਾਈ ਦੇਣ ਲੱਗ ਜਾਂਦਾ। ਇਦਾਂ ਹੀ ਹੁੰਦਾ। ਜੇ ਕਿਤੇ ਮੁਖ ਤੋਂ ਚੰਗੇ ਬੋਲ ਬੋਲਣੇ ਹੋਣ ਤਾਂ ਫਿਰ ਬੋਲ ਨਿਕਲਦੇ ਨਹੀਂ, ਤੇ ਜੇ ਮਾੜੇ ਬੋਲ, ਗੰਦਗੀ ਵਾਲੇ ਬੋਲ ਬੋਲਣੇ ਹੋਣ, ਉਹ ਦੂਰ ਤੱਕ ਸੁਣਾਈ ਦਿੰਦਾ ਹੈ। ਕਿਉਂਕਿ ਮਾੜੇ ਵਾਲੇ ਪਾਸਿਓਂ ਇਹ ਚੰਗਾ ਹੋ ਜਾਂਦਾ ਹੈ ਤੇ ਚੰਗੇ ਵਾਲੇ ਪਾਸੇ ਇਹ ਮਾੜਾ ਹੋ ਜਾਂਦਾ ਹੈ। ਇਹ ਹਾਲਤ ਹੈ ਮਨਮੁਖ ਦੀ।
ਆਮ ਤੌਰ ਤੇ ਚਲੋ ਇੱਕ ਛੋਟੀ ਜੀ ਉਦਾਹਰਨ ਦੇ ਕੇ ਸਮਝਾਵਾਂ। ਮਨਮੁਖ ਦੀ ਗੱਲ ਨਹੀਂ ਇੱਥੇ ਸਾਡੇ ਪਰਿਵਾਰ ਦੇ ਵਿੱਚ ਬੱਚਿਆਂ ਦੀ ਗੱਲ ਹੈ। ਇੱਥੇ ਮਨਮੁਖ ਵਾਲੇ ਪਾਸੇ ਨਾ ਲਿਜਾਇਓ, ਸਿਰਫ ਇੱਕ ਸਮਝਣ ਲਈ। ਸਾਡੇ ਘਰ ਵਿੱਚ ਜਿਨ੍ਹਾਂ ਦੇ ਘਰਾਂ 'ਚ ਗੁਰਬਾਣੀ ਨਾਲ ਰੱਤੇ ਹੋਏ ਬੱਚੇ ਨੇ, ਮੁਬਾਰਕ ਹੈ ਉਹਨਾਂ ਨੂੰ। ਜਿਹੜੇ ਰੰਗੇ ਹੋਏ ਨੇ ਨਾ ਬਚਪਨ ਵਿੱਚ ਹੀ, ਉਹਨਾਂ ਨੂੰ ਬਾਣੀ ਨਾਲ ਪਿਆਰ, ਜੋਬਨ ਵਿੱਚ ਵੀ ਰੱਤੇ ਨੇ, ਮੁਬਾਰਕ ਹੈ ਉਹਨਾਂ ਨੂੰ। ਬਹੁਤ ਘਰ ਐਸੇ ਮਿਲ ਜਾਣਗੇ ਜਿਹੜੇ ਕਹਿੰਦੇ ਜੀ ਅਸੀਂ ਕਥਾ ਸੁਣਨੀ ਹੁੰਦੀ ਹੈ, ਬੱਚੇ ਚੈਨਲ ਹੀ ਬਦਲ ਦਿੰਦੇ ਨੇ। ਅਸੀਂ ਕੀਰਤਨ ਸੁਣਨਾ ਹੁੰਦਾ ਤੇ ਉਹ ਚੈਨਲ ਹੀ ਉਹ ਕਹਿੰਦੇ ਸਾਨੂੰ ਨਹੀਂ ਇਹ ਕੀਰਤਨ ਕਥਾ ਚੰਗਾ ਲੱਗਦਾ, ਸਾਨੂੰ ਤੇ ਆ ਗਾਣੇ, ਆ ਨੱਚਣਾ ਟੱਪਣਾ ਚੰਗਾ ਲੱਗਦਾ ਹੈ। ਇਹ ਸਾਰੀ ਰਾਤ ਸਾਰਾ ਦਿਨ ਸਾਨੂੰ ਦਿਖਾਈ ਜਾਓ, ਅਸੀਂ ਨਹੀਂ ਥੱਕਦੇ। ਤੇ ਜੇ ਕਿਤੇ ਗੁਰਬਾਣੀ ਵਾਲਾ ਚੈਨਲ ਲੱਗ ਜਾਏ, ਪਹਿਲੀ ਗੱਲ ਤੇ ਉਹ ਢੇਰੀ ਹੋ ਜਾਂਦੇ ਨੇ, ਉਹ ਲੰਮੇ ਹੀ ਪੈ ਜਾਂਦੇ ਨੇ ਵੀ ਬਸ ਜਾਨ ਹੀ ਨਿਕਲ ਗਈ ਜਿਵੇਂ। ਤੇ ਦੂਜੀ ਗੱਲ ਫਿਰ ਉਹ ਕ੍ਰੋਧ ਵਿੱਚ ਆ ਜਾਂਦੇ ਨੇ ਵੀ ਤੁਸੀਂ ਸਾਨੂੰ ਆ ਗਾਣੇ, ਆ ਫਿਲਮਾਂ, ਫਲਾਣੇ ਸੀਰੀਅਲ ਨਹੀਂ ਦੇਖਣ ਦਿੰਦੇ ਪਏ। ਉਹ ਕਹਿੰਦੇ ਗੁਰਬਾਣੀ ਸੁਣ, ਤੇਰਾ ਕਿਤੇ ਜੀਵਨ ਸੁਧਾਰ ਆਵੇ, ਪਰ ਉਹ ਸਮਝਣ ਨੂੰ ਤਿਆਰ ਨਹੀਂ। ਬਸ ਇਸੇ ਤਰ੍ਹਾਂ ਮਨਮੁਖ ਦੀ ਹਾਲਤ ਹੈ। ਇਹਨੂੰ ਕੋਈ ਮਾੜਾ ਬੋਲ ਸੁਣਾ ਦਿਓ ਫਿਰ ਸਿੱਧਾ ਹੋ ਜਾਂਦਾ ਹੈ, ਤੇ ਜੇ ਕੋਈ ਚੰਗਾ ਬੋਲ ਸੁਣਨ ਨੂੰ ਮਿਲ ਜਾਏ ਤੇ ਬੋਲਾ ਹੀ ਹੋ ਜਾਂਦਾ ਹੈ। ਸਤਿਗੁਰੂ ਜੀ ਕਹਿ ਰਹੇ ਨੇ ਮਨਮੁਖ ਬੋਲੇ ਅੰਧਲੇ ਤਿਸ ਮੈਂ ਅਗਨੀ ਕਾ ਵਾਸ, ਕਿਉਂਕਿ ਉਹਦੇ ਮਨ ਵਿੱਚ ਤ੍ਰਿਸ਼ਨਾ ਰੂਪੀ, ਕਾਮ ਰੂਪੀ, ਕ੍ਰੋਧ ਰੂਪੀ ਅਗਨੀ ਦਾ ਵਾਸਾ ਹੁੰਦਾ ਹੈ। ਬਾਣੀ ਸੁਰਤ ਨਾ ਬੁਝਨੀ, ਸ਼ਬਦ ਨਾ ਕਰਹਿ ਪ੍ਰਗਾਸ। ਇਹੋ ਜਿਹੇ ਜਿਹੜੇ ਮਨਮੁਖ ਹੁੰਦੇ ਨੇ ਉਹਨਾਂ ਦੀ ਸੁਰਤ ਬਾਣੀ ਨਾਲ ਨਹੀਂ ਜੁੜਦੀ, ਤੇ ਜਿਨ੍ਹਾਂ ਦੀ ਬਾਣੀ ਨਾਲ ਸੁਰਤ ਨਹੀਂ ਜੁੜਦੀ, ਨਾ ਬੁੱਝ ਨਹੀਂ, ਉਹ ਕਦੇ ਵੀ ਨਿਰੰਕਾਰ ਨੂੰ ਬੁੱਝ ਹੀ ਨਹੀਂ ਸਮਝਦੇ, ਸਮਝ ਹੀ ਨਹੀਂ ਸਕਦੇ। ਨਾ ਆਪਣੇ ਆਪੇ ਨੂੰ ਸਮਝ ਸਕਦੇ ਤੇ ਨਾ ਅੰਦਰ ਬੈਠੇ ਹੋਏ ਨਿਰੰਕਾਰ ਨੂੰ ਸਮਝ ਸਕਦੇ ਨੇ। ਬਾਣੀ ਸੁਰਤ ਨਾ ਬੁੱਝਣੀ, ਉਹਨਾਂ ਦੇ ਅੰਦਰ ਜਿਹੜੀ ਸੁਰਤੀ ਹੈ ਨਾ, ਸੁਰਤ, ਉਹ ਸੁਰਤ ਕਰਕੇ ਨਾ ਬਾਣੀ ਨਾਲ ਜੁੜ ਪਾਉਂਦੇ, ਨਾ ਹੀ ਉਹ ਕੁਝ ਸਮਝ ਪਾਉਂਦੇ ਨੇ। ਸ਼ਬਦ ਨ ਕਰਹਿ ਪ੍ਰਗਾਸ, ਔਰ ਸ਼ਬਦ ਨਾਲ ਜੁੜ ਕੇ ਅੰਦਰ ਪ੍ਰਕਾਸ਼ ਵੀ ਨਹੀਂ ਕਰ ਪਾਉਂਦੇ। ਸਾਰੀ ਜ਼ਿੰਦਗੀ ਹਨੇਰੇ ਵਿੱਚ ਹੀ ਲੰਘ ਜਾਂਦੀ ਹੈ। ਉਹ ਬਾਹਰ ਦੇ ਚਾਨਣ ਵਿੱਚ ਹੀ ਗੁੰਮ ਹੋ ਕੇ ਕਹਿੰਦੇ ਬਸ ਆਹੀ ਹੈ। ਉਹਨਾਂ ਦੀ ਹਾਲਤ ਕੀ ਹੁੰਦੀ ਹੈ? ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ, ਉਹ ਅੰਦਰ ਮੱਸਿਆ ਦੀ ਰਾਤ ਵਾਂਗੂ ਅੰਦਰ ਹਨੇਰੇ ਵਿੱਚ ਰਹਿੰਦੇ ਨੇ, ਤੇ ਬਾਹਰ ਦਾ ਚਾਨਣ ਵੇਖ ਕੇ ਉਹਦੇ ਵਿੱਚ ਹੀ ਗੁੰਮ ਹੋ ਜਾਂਦੇ। ਸਾਹਿਬ ਕਹਿੰਦੇ ਉਹ ਕਦੇ ਵੀ ਸ਼ਬਦ ਦਾ ਪ੍ਰਕਾਸ਼ ਆਪਣੇ ਅੰਦਰ ਨਹੀਂ ਕਰ ਪਾਉਂਦੇ ਹਨ। ਉਹਨਾਂ ਆਪਣੀ ਅੰਦਰ ਸੁਧ ਨਹੀਂ, ਗੁਰ ਬਚਨ ਨਾ ਕਰਹਿ ਵਿਸਾਸ। ਜਿਨ੍ਹਾਂ ਨੂੰ ਹਜੇ ਤੱਕ ਆਪਣੇ ਅੰਦਰ ਦੀ ਹੀ ਸੁਧ ਨਹੀਂ ਆਈ, ਸਮਝ ਨਹੀਂ ਆਈ ਕਿ ਮੈਂ ਅੰਦਰੋਂ ਕਿੰਨੇ ਪਾਪ ਨਾਲ, ਵਿਕਾਰਾਂ ਨਾਲ, ਗੰਦਗੀ ਨਾਲ ਭਰਿਆ ਪਿਆ ਹਾਂ, ਜਿਹਨੂੰ ਹਜੇ ਸਮਝ ਹੀ ਨਹੀਂ ਆਈ, ਉਹ ਗੁਰੂ ਸਾਹਿਬ ਦੇ ਬਚਨਾਂ ਤੇ ਕੀ ਭਰੋਸਾ ਕਰਨਗੇ? ਉਹ ਤਾਂ ਕਿਸੇ ਤੇ ਵੀ ਭਰੋਸਾ ਨਹੀਂ ਕਰੇਗਾ। ਚੰਗੀ ਗੱਲ ਕਰਨ ਵਾਲੇ ਤੇ ਕਦੀ ਉਹ ਵਿਸ਼ਵਾਸ ਨਹੀਂ ਕਰਦਾ। ਕਹਿੰਦੇ ਜਿਹਨੂੰ ਹਜੇ ਆਪਣੇ ਅੰਦਰ ਦੀ ਹੋਈ ਸਮਝ ਨਹੀਂ ਆਈ। ਜਿਹਨੂੰ ਸਮਝ ਆਈ ਉਹਨੇ ਕੀ ਕਿਹਾ ਸੀ? ਜਿਹਨੂੰ ਆਪਣੇ ਅੰਦਰ ਦੀ, ਜਿਹਨੂੰ ਸਮਝ ਆਪਣੇ ਅੰਦਰ ਦੀ ਨਹੀਂ ਆਈ, ਉਹ ਦੂਜਿਆਂ ਨੂੰ ਸਮਝ ਕੇ ਦੂਜਿਆਂ ਦੀ ਬੁਰਾਈ ਕਰਦਾ ਰਹਿੰਦਾ ਹੈ। ਪਰ ਜਿਹਨੂੰ ਆਪਣੇ ਅੰਦਰ ਦੀ ਸਮਝ ਆ ਗਈ, ਉਹ ਕਹਿੰਦਾ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪਰਨਵਤ ਨਾਨਕ ਤਾਰੈ ਸੋਏ। ਜਿਹਨੂੰ ਆਪਣੇ ਅੰਦਰ ਦੀ ਸੁੱਧ ਆ ਗਈ ਨਾ, ਸਮਝ ਆ ਗਈ, ਉਹ ਤਾਂ ਫਿਰ ਗੁਰਦੁਆਰੇ ਖਲੋਤਾ ਨਜ਼ਰ ਆਏਗਾ, ਉਹ ਤੁਹਾਨੂੰ ਮਨਮੁਖਾਂ 'ਚ ਖਲੋਤਾ ਨਜ਼ਰ ਨਹੀਂ ਆਏਗਾ। ਜਿਹਨੂੰ ਆਪਣੇ ਅੰਦਰ ਦੀ ਸਮਝ ਆ ਗਈ, ਥੋੜੀ ਆਈ ਭਾਵੇਂ 1% ਹੀ ਸਮਝ ਆਈ ਹੈ, ਉਹ ਫਿਰ ਗੁਰੂ ਦੇ ਦੁਆਰੇ ਖਲੋਤਾ ਹੋਏਗਾ। ਉਹ ਕਦੀ ਮਾੜੀ ਸੰਗਤ ਵਿੱਚ ਨਹੀਂ। ਤੇ ਕੀ ਕਹਿ ਰਿਹਾ ਹੋਏਗਾ? ਉਹ ਗੁਰੂ ਦੁਆਰੇ ਖਲੋ ਕੇ ਕਹਿ ਰਿਹਾ ਹੋਏਗਾ, ਅਸੀਂ ਖੱਤੇ ਬਹੁਤ ਕਮਾਵੰਦੇ, ਅੰਤ ਨ ਪਾਰਾਵਾਰ, ਹਰ ਕਿਰਪਾ ਕਰਕੇ ਬਖਸ਼ ਲਿਓ ਹਾਂ ਪਾਪੀ ਵੱਡ ਗੁਨਾਹਗਾਰ। ਜਦੋਂ ਸੁੱਧ ਨਹੀਂ ਸੀ, ਮਜਾਲ ਹੈ ਕੋਈ ਪਾਪੀ ਕਹਿ ਜਾਵੇ। ਜੇ ਕੋਈ ਕਹਿ ਵੀ ਦੇਵੇ ਤੇ ਉਹਦਾ ਗਲ ਫੜ ਲੈਂਦਾ ਸੀ ਵੀ ਤੂੰ ਕੌਣ ਹੁੰਨਾ ਮੈਨੂੰ ਪਾਪੀ ਕਹਿਣ ਵਾਲਾ। ਹੁਣ ਜਦੋਂ ਸੁੱਧ ਆ ਗਈ, ਹੁਣ ਆਪਣੇ ਮੂੰਹੋਂ ਆਪ ਕਹਿੰਦਾ ਮੈਂ ਪਾਪੀ ਹਾਂ, ਮੈਂ ਗੁਨਾਹਗਾਰ ਹਾਂ, ਮੈਂ ਅਵਗੁਣਾ ਨਾਲ ਭਰਿਆ ਹੋਇਆ। ਲਿਖੈ ਕਤੇ ਨਾ ਛੂਟੀਐ ਖਿੰਨ ਖਿੰਨ, ਭੂਲਣ ਹਾਰ ਬਖਸ਼ਣ ਹਾਰ, ਬਖਸ਼ ਲੈ ਨਾਨਕ ਪਾਰ ਉਤਾਰ। ਉਹ ਆਪ ਫਿਰ ਆਪਣੇ ਮੂੰਹੋਂ ਬੋਲਦਾ ਮਨ ਦੇ ਰਾਹੀਂ। ਪਰ ਜਿਹਨੂੰ ਸੁੱਧ ਆ ਗਈ, ਉਹ ਜਿਹਨੂੰ ਆਈ ਨਹੀਂ, ਉਹ ਨਹੀਂ ਬੋਲੇਗਾ।
ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਉਹਨਾਂ ਆਪਣੀ ਅੰਦਰ ਸੁਧ ਨਹੀਂ, ਜਿਨ੍ਹਾਂ ਨੂੰ ਆਪਣੀ ਅੰਦਰ ਦੀ ਹੋਈ ਸੋਝੀ ਨਹੀਂ। ਗੁਰ ਸ਼ਬਦ ਨਾ ਕਰਹਿ ਵਿਸਾਸ, ਉਹ ਗੁਰੂ ਦੇ ਸ਼ਬਦ ਤੇ ਕਦੀ ਵੀ ਭਰੋਸਾ ਨਹੀਂ ਕਰਦੇ ਹਨ। ਗਿਆਨੀਆਂ ਅੰਦਰ ਗੁਰ ਸ਼ਬਦ ਹੈ, ਨਿਤ ਹਰ ਲਿਵ ਸਦਾ ਵਿਗਾਸ। ਪਰ ਜਿਨ੍ਹਾਂ ਨੇ ਅੰਦਰ ਗੁਰੂ ਦੇ ਸ਼ਬਦ ਦਾ ਪ੍ਰਕਾਸ਼ ਹੋ ਗਿਆ, ਪ੍ਰਕਾਸ਼ ਦਾ ਮਤਲਬ ਗਿਆਨ ਜਿਹਨੂੰ ਅੰਦਰੋਂ ਮਿਲ ਗਿਆ। ਇਹ ਜਿਹੜਾ ਗਿਆਨੀਆਂ ਨਾ, ਇਹ ਸਿਰਫ ਨਾਮ ਨਾਲ ਲਿਖਣ ਨਾਲ ਗੱਲ ਨਹੀਂ ਬਣਨੀ। ਪੰਡਤ ਹੋਵੇ, ਮੁੱਲਾ ਹੋਵੇ, ਕਾਜੀ ਹੋਵੇ, ਬ੍ਰਹਮ ਗਿਆਨੀ ਹੋਵੇ, ਸੰਤ ਹੋਵੇ, ਆ ਜਿੰਨੇ ਵੀ ਸ਼ਬਦ ਨੇ, ਸੰਨਿਆਸੀ ਹੈ, ਜੋਗੀ ਹੈ, ਇਹ ਜਿੰਨੇ ਵੀ ਸ਼ਬਦ ਨੇ ਇਹ ਬਾਹਰ ਦੇ ਤਨ ਵਾਲੇ ਨਾਮ ਨਾਲ ਜੁੜਨ ਵਾਲੇ ਨਹੀਂ। ਇਹ ਸਾਰੇ ਸ਼ਬਦ ਸਾਡੇ ਮਨ ਨਾਲ ਜੁੜਨ ਵਾਲੇ ਨੇ। ਪਰ ਅਸੀਂ ਇਹਨੂੰ ਸਾਰੇ ਤਨ ਦਾ ਜਿਹੜਾ ਨਾਮ ਮਾਪਿਆਂ ਨੇ ਰੱਖਿਆ ਸੀ ਨਾ, ਉਸ ਨਾਮ ਦੇ ਨਾਲ ਹੀ ਇਹਨੂੰ ਜੋੜ ਦਿੱਤਾ। ਸਾਹਿਬ ਕਹਿੰਦੇ ਜਿਹਨੂੰ ਅੰਦਰ ਦਾ ਗਿਆਨ ਹੋ ਗਿਆ, ਗਿਆਨੀਆਂ ਜਿਹਨੂੰ ਗਿਆਨ ਆ ਗਿਆ, ਅੰਦਰ ਸੋਝੀ ਆ ਗਈ, ਜਿਹਨੂੰ ਅੰਦਰ ਚਾਨਣ ਹੋ ਗਿਆ ਆਪਣੇ ਆਪੇ ਦਾ, ਗਿਆਨੀਆਂ ਅੰਦਰ ਗੁਰ ਸ਼ਬਦ ਹੈ। ਉਹ ਗਿਆਨ ਵਾਲੇ ਪੁਰਸ਼ਾਂ ਦੇ ਅੰਦਰ ਗੁਰੂ ਦਾ ਸ਼ਬਦ ਟਿਕ ਜਾਂਦਾ ਹੈ। ਨਿਤ ਹਰ ਲਿਵ, ਨਿਤ ਉਹਨਾਂ ਦੀ ਲਿਵ ਹਰੀ ਨਾਲ ਜੁੜ ਜਾਂਦੀ ਹੈ। ਸੁਰਤ ਸਦਾ ਵਿਗਾਸ, ਉਹ ਫਿਰ ਸਦਾ ਅੰਦਰੋਂ ਖਿੜੇ ਰਹਿੰਦੇ ਨੇ। ਸਦਾ ਖਿੜਾਓ ਉਹਨਾਂ ਅੰਦਰ ਬਣਿਆ ਰਹਿੰਦਾ ਹੈ। ਤੇ ਜਿਹੜਾ ਮਨਮੁਖ ਸੀ ਉਹ ਸਭ ਕੁਝ ਹਾਸਲ ਕਰਕੇ ਵੀ ਦੁਖੀ ਤੇ ਰੋਂਦਾ ਹੀ ਰਹਿੰਦਾ ਹੈ। ਪਰ ਜਿਹੜੇ ਗੁਰਮੁਖ ਗਿਆਨ ਵਾਲੇ ਪੁਰਸ਼ ਸਨ, ਉਹ ਸਦਾ ਵਿਗਾਸ ਵਿੱਚ, ਖੁਸ਼ੀ ਤੇ ਖੇੜੇ ਵਿੱਚ ਰਹਿੰਦੇ ਹਨ। ਹਰ ਗਿਆਨੀਆਂ ਕੀ ਰਖਦਾ, ਹਉ ਸਦ ਬਲਿਹਾਰੀ ਤਾਸ। ਉਹ ਫਿਰ ਹਰੀ ਪਰਮੇਸ਼ਵਰ ਨਿਰੰਕਾਰ, ਜਾਂ ਇੱਥੇ ਗਿਆਨੀਆਂ ਦਾ ਅਰਥ ਆਪਾਂ ਭਗਤ ਵੀ ਕਰ ਸਕਦੇ ਹਾਂ ਕਿ ਜਿਨ੍ਹਾਂ ਨੂੰ ਗਿਆਨ ਆ ਗਿਆ। ਕਹਿੰਦੇ ਉਹ ਹਰ ਵੇਲੇ ਆਪਣੇ ਭਗਤਾਂ ਦੀ, ਆਪਣੇ ਪਿਆਰਿਆਂ ਦੀ, ਆਪਣੇ ਗਿਆਨਵਾਨ ਵਾਲੇ ਜਿਹੜੇ ਨੇ, ਉਹਨਾਂ ਗਿਆਨਵਾਨਾਂ ਦੀ ਰੱਖਿਆ ਆਪ ਕਰਦਾ ਹੈ। ਉਹਨਾਂ ਦੀ ਲਾਜ ਪੱਤ ਉਹ ਆਪ ਰੱਖਦਾ ਹੈ ਸੰਸਾਰ ਦੇ ਵਿੱਚ। ਜਿਹੜਾ ਮਾਫ ਕਰਨਾ, ਅਸੀਂ ਗਿਆਨ ਬਾਹਰ ਦਾ ਲੈ ਕੇ ਝਗੜ ਰਹੇ ਹਾਂ, ਉੱਥੇ ਤੇ ਝਗੜਾ ਰਹਿੰਦਾ ਹੀ ਕੋਈ ਨਹੀਂ, ਉੱਥੇ ਤੇ ਸਾਰੇ ਝਗੜੇ ਹੀ ਮੁੱਕ ਜਾਂਦੇ ਨੇ। ਪਰ ਜੇ ਅਸੀਂ ਸੰਸਾਰ ਵਿੱਚ ਝਗੜ ਰਹੇ ਹਾਂ, ਉਲਝ ਰਹੇ ਹਾਂ ਆਪਣੇ ਵੱਡੇ ਗਿਆਨ ਦੇ ਅੰਦਰ, ਇਹਦਾ ਮਤਲਬ ਗੁਰਬਾਣੀ ਦਾ ਗਿਆਨ ਅਸੀਂ ਲਿਆ ਹੀ ਨਹੀਂ ਹਜੇ। ਸਤਿਗੁਰੂ ਮਿਹਰ ਕਰਨ। ਹਰ ਗਿਆਨੀਆਂ ਕੀ ਰੱਖਦਾ, ਤੇ ਜਿਨ੍ਹਾਂ ਦੀ ਉਹ ਭਗਤਾਂ ਪਿਆਰਿਆਂ ਦੀ ਲਾਜ ਰੱਖਦਾ, ਹਉ ਸਦ ਬਲਿਹਾਰੀ ਤਾਸ, ਮੈਂ ਉਹਨਾਂ ਤੋਂ ਸਦਕੇ ਤੇ ਬਲਿਹਾਰੇ ਜਾਵਾਂ ਜੀ। ਗੁਰਮੁਖ ਜੋ ਹਰ ਸੇਵਦੇ, ਜਨ ਨਾਨਕ ਤਾਂ ਕਾ ਦਾਸ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਹਉ ਸਦ ਬਲਿਹਾਰੀ ਤਾਸ, ਮੈਂ ਉਹਦੇ ਤੋਂ ਬਲਿਹਾਰੇ ਸਦਕੇ ਜਾਵਾਂ। ਇੰਨੀ ਗੱਲ ਹੀ ਨਹੀਂ, ਸਾਹਿਬ ਕਹਿੰਦੇ ਗੁਰਮੁਖ ਜੋ ਹਰ ਸੇਵਦੇ। ਗੁਰਮੁਖ ਕੌਣ ਨੇ? ਮਨ ਵਿੱਚ ਹੈ ਸਤਿਗੁਰ ਕੇ ਭਾ, ਜਿਨ੍ਹਾਂ ਨੇ ਆਪਣਾ ਮਨ ਗੁਰੂ ਨੂੰ ਸਮਰਪਣ ਸਤਿਗੁਰੂ ਜੀ ਨੂੰ ਕਰਕੇ ਗੁਰੂ ਸਾਹਿਬ ਜੀ ਕੋਲੋਂ ਗਿਆਨ ਮੱਤ ਲੈ ਲਈ। ਉਹ ਗੁਰਮੁਖ ਜਿਹੜੇ ਹਰੀ ਪਰਮੇਸ਼ਵਰ ਨੂੰ ਸਿਰਫ ਇੱਕ ਅਕਾਲ ਪੁਰਖ ਪਰਮੇਸ਼ਵਰ ਦੇ ਪੁਜਾਰੀ ਬਣ ਕੇ ਸਿਮਰਦੇ ਨੇ। ਜਨ ਨਾਨਕ, ਕੱਕੇ ਨੂੰ ਔਂਕੜ ਲੱਗ ਗਈ ਨਾਨਕ ਦੇ। ਆਪਣੀ ਗੱਲ ਗੁਰੂ ਅਮਰਦਾਸ ਜੀ ਕਰਦਿਆਂ ਸਾਨੂੰ ਸਮਝਾ ਰਹੇ, ਕਹਿੰਦੇ ਮੈਂ ਜਨ ਬਣ ਕੇ ਤਾਂ ਕਾ ਦਾਸ, ਉਹਨਾਂ ਗੁਰਮੁਖ ਜਨਾਂ ਦਾ ਦਾਸ ਜਿਹੜਾ ਉਹ ਬਣ ਕੇ ਬੇਨਤੀ ਕਰਦਾ ਹੈ, ਅਕਾਲ ਪੁਰਖ ਜੀ, ਇਹ ਸਤਿਗੁਰੂ ਪਾਤਸ਼ਾਹ ਜੀ ਮਿਹਰ ਕਰੋ, ਕਿਤੇ ਗੁਰਮੁਖਾਂ ਦੀ ਸੰਗਤ ਵਿੱਚ ਬੈਠ ਕੇ ਇਹ ਮਨ ਕਿਤੇ ਵਿਕਾਰਾਂ ਦੀ ਮੱਲ ਤੋਂ ਰਹਿਤ ਹੋ ਕੇ ਇਹ ਪਰਮੇਸ਼ਵਰ ਦੇ ਨਾਮ ਨਾਲ ਜੁੜ ਸਕੇ। ਸਾਡੀ ਗੁਰੂ ਦੁਆਰੇ ਆ ਕੇ ਇਹੀ ਅਰਦਾਸ ਹੁੰਦੀ ਹੈ ਕਿ ਅਸੀਂ ਦੁੱਖਾਂ ਦੇ ਮਾਰੇ ਹੋਏ, ਰੋਂਦੇ ਕੁਰਲਾਉਂਦੇ ਹੋਏ ਤੁਹਾਡੇ ਦਰ ਤੇ ਆਏ ਆ। ਹਉ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤਉ ਸ਼ਰਨਾਈ ਜੀਓ, ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ। ਉਹ ਦੁੱਖ ਕਿਨੇ ਮੁਕਾਉਣਾ ਹੈ? ਪਰਮੇਸ਼ਵਰ ਦੇ ਨਾਮ ਸੱਚੇ ਗੁਰਬਾਣੀ ਦੇ ਰਾਹੀਂ ਮਿਟਣਾ ਹੈ। ਇਸ ਲਈ ਅਸੀਂ ਗੁਰੂ ਦੁਆਰੇ ਸੱਚੇ ਸ਼ਬਦ ਦਾ ਆਸਰਾ ਲੈਣ ਲਈ ਨਾਮ ਦੀ ਮੰਗ ਸਤਿਗੁਰੂ ਕੋਲੋਂ ਮੰਗੀਏ ਤੇ ਮੰਗਦੇ ਰਹੀਏ ਜਿੰਨਾ ਚਿਰ ਸਾਹ ਸਾਡੇ ਅੰਦਰ ਚੱਲਣਾ ਹੈ। ਤੇ ਉਹਨਾਂ ਨੂੰ ਵੀ ਕਿਤੇ ਮਨਮੁਖਾਂ ਨੂੰ ਸੋਝੀ ਪੈ ਜਾਏ, ਉਹ ਵੀ ਕਿਤੇ ਗੁਰਮੁਖਾਂ ਦੇ ਆਸਰੇ ਗੁਰੂ ਦੁਆਰੇ ਆਉਣ ਤੇ ਆ ਕੇ ਸੇਵਾ ਸਿਮਰਨ ਵਿੱਚ, ਸਤਸੰਗ ਵਿੱਚ ਜੁੜ ਕੇ
ਆਪਣਾ ਜਨਮ ਲੇਖੇ ਵਿੱਚ ਲਾ ਸਕਣ। ਜੇ ਤੁਹਾਡੇ ਸਾਡੇ ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਤੇ ਆਪਾਂ ਫਿਰ ਇਹ ਸਮਾਂ ਗਵਾਈਏ ਨਾ। ਅਸੀਂ ਨਾਮ ਦੀ ਦਾਤ ਮੰਗ ਕੇ ਆਪਣੇ ਮਨ ਨੂੰ ਸਵਾਰ ਕੇ ਆਪਣੇ ਜੀਵਨ ਨੂੰ ਲੇਖੇ ਲਾ ਲਈਏ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ। ਆਪਣਾ ਨਾਮ ਦੇਹ, ਆਪਣਾ ਨਾਮ ਦੇਹ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਓ ਇਹੋ, ਨਾਨਕ ਚਾਓ ਇਹੋ। ਆਪਣਾ ਨਾਮ ਦੇਹ, ਆਪਣਾ ਨਾਮ ਦੇਹ। ਅਸੀਂ ਵੀ ਗੁਰਮੁਖਾਂ ਦੇ ਭਾਵ ਨਿਮਰਤਾ ਵਾਲੀ ਅਵਸਥਾ ਦਾਸ ਬਣ ਕੇ ਗੁਰੂ ਦੁਆਰੇ ਆ ਕੇ ਇਹ ਮੰਗ ਸਤਿਗੁਰੂ ਜੀ ਅੱਗੇ ਰੱਖ ਕੇ ਮੰਗੀਏ, ਤਾਂ ਕਿ ਪਰਮੇਸ਼ਵਰ ਦੇ ਨਾਮ ਵਿੱਚ ਮਨ ਕਰਕੇ ਰਤਿਆਂ ਰੰਗਿਆਂ ਹੋਇਆਂ ਲੋਕ ਸੁਖੀਏ, ਪਰਲੋਕ ਸੁਹੇਲੇ ਨਾਨਕ ਹਰਿ ਪ੍ਰਭ ਆਪੇ ਮਿਲੇ ਜੀਵਨ ਬਣ ਸਕੇ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ। ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪਾਵਨ ਬਚਨ ਆਪਣੇ ਹਿਰਦੇ ਅੰਦਰ ਵਸਾ ਲਈਏ ਜੀ। ਹਰ ਗਿਆਨੀਆਂ ਕੀ ਰਖਦਾ, ਹਉ ਸਦ ਬਲਿਹਾਰੀ ਤਾਸ। ਗੁਰਮੁਖ ਜੋ ਹਰ ਸੇਵੰਦੇ, ਜਨ ਨਾਨਕ ਤਾਂ ਕਾ ਦਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ